ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ੍ਰੀ ਰਾਗ ਉਹਦੇ ਅੰਗ ਜਿਹੜਾ 29 ਨੰਬਰ ਅੰਗ ਤੇ ਹੈਗੇ। ਇਹ ਸ਼ਬਦ ਜਿਹੜਾ ਹੈਗਾ 9ਵਾਂ ਸ਼ਬਦ ਲੈ ਰਹੇ ਹਾਂ ਅਸੀਂ ਤੀਸਰੀ ਪਾਤਸ਼ਾਹੀ ਦਾ। ਸੀਰੀਅਲ ਵਾਈਜ਼ ਜਿਹੜਾ ਹੈਗਾ 42ਵਾਂ ਸ਼ਬਦ ਹੈਗਾ ਔਰ ਇਹ ਜਿਹੜਾ ਹੈਗਾ 29 ਤੋਂ 30 ਅੰਗ ਤੱਕ ਜਾਏਗਾ। ਮਹਾਰਾਜ ਮੇਹਰ ਕਰਨ। ਸ੍ਰੀ ਰਾਗ ਮਹੱਲਾ ਤੀਜਾ। ਕਰ ਹੀ ਸੌਦਾ ਪਾਈਐ ਅੰਤਰ ਸਭ ਵਤ ਹੋਏ। ਬਹੁਤ ਵੱਡਾ ਨੁਕਤਾ ਦੇ ਰਹੇ ਮਹਾਰਾਜ ਕਿ ਜਿਹੜਾ ਵੀ ਸੌਦਾ ਜਿਹੜਾ ਹੈਗਾ, ਜਿਸ ਕੰਮ ਵਾਸਤੇ, ਜਿਸ ਸੌਦੇ ਵਾਸਤੇ ਮਨੁੱਖ ਸਰੀਰ ਤੈਨੂੰ ਮਿਲਿਆ ਹੋਇਆ ਆ, ਇਹਦਾ ਸੌਦਾ ਜਿਹੜਾ ਹੈਗਾ ਉਹ ਤੇਰੇ ਅੰਦਰ ਹੀ ਮਿਲਣਾ ਹੈ, ਤੇਰੇ ਘਰ ਦੇ ਵਿੱਚ ਹੀ ਮਿਲਣਾ, ਤੇਰੇ ਸਰੀਰ ਦੇ ਅੰਦਰ ਹੀ ਹੈਗਾ ਇਹਦਾ ਸੌਦਾ। ਮਹਾਰਾਜ ਮਾਲਕ ਨੇ ਪਾਇਆ ਹੋਇਆ। ਇਹਦੀ ਜਿਹੜੀ ਹੈਗੀ ਕਮਾਈ ਜਿਹੜੀ ਹੈਗੀ ਆ, ਇਹ ਸੌਦੇ ਦੇ ਵਾਸਤੇ ਜਿਹੜਾ ਹੈਗਾ ਉਪਰਾਲਾ ਜਿਹੜਾ ਹੈਗਾ, ਇਹ ਸੌਦੇ ਦੇ ਵਾਸਤੇ ਜਿਹੜਾ ਹੈਗਾ ਆਪਾਂ ਨੇ ਕਾਰਵਾਈ ਜਿਹੜੀ ਕਰਨੀ ਆ ਉਹ ਆਪਾਂ ਨੂੰ ਆਪਣੇ ਅੰਦਰ ਕਰਨੀ ਪਊਗੀ। ਕਰ ਹੀ ਸੌਦਾ ਪਾਈਏ ਅੰਤਰ ਸਭ ਵਤ ਹੋਏ। ਦੁਬਾਰਾ ਫਿਰ ਮਹਾਰਾਜ ਕਹਿ ਰਹੇ ਆ ਕਿ ਅੰਦਰ ਤੇਰੇ ਸਾਰੀ ਵਸਤੂ ਹੈਗੀ ਆ, ਅੰਦਰ ਆ ਤੇਰੇ। ਇਹ ਸੌਦਾ ਪ੍ਰਾਪਤ ਕਰਨ ਵਾਸਤੇ ਸਾਰਾ ਕੁਝ ਅੰਦਰ ਤੇਰੇ ਹੈਗਾ, ਸਾਰੀ ਵਸਤੂ ਅੰਦਰ ਹੈਗੀ। ਕਰ ਹੀ ਸੌਦਾ ਪਾਈਏ ਅੰਤਰ ਸਭ ਵਤ ਹੋਏ। ਔਰ ਬਾਹਰ ਜਿਹੜਾ ਪੇਟ ਪਾਲਣਾ ਹੈ ਉਹਦੇ ਲਈ ਆਪਾਂ ਨੂੰ ਬਾਹਰ ਜਿਹੜਾ ਹੈਗਾ ਕੰਮਕਾਰ ਜੋ ਕਰਦੇ ਆ ਉਹ ਬਾਹਰ ਆ, ਉਹਦਾ ਸੌਦਾ ਬਾਹਰ ਹੈਗਾ। ਜਿਹੜਾ ਆਤਮਿਕ ਜਿਸ ਕੰਮ ਵਾਸਤੇ ਆਪਾਂ ਆਏ ਆ, ਜਿਹੜਾ ਮੇਨ ਜਿਹੜਾ ਹੈਗਾ ਆਪਣਾ ਮੇਨ ਜਿਹੜਾ ਹੈਗਾ ਜੌਬ ਹੈਗੀ ਆ, ਜਿਹਦੇ ਵਾਸਤੇ ਮਨੁੱਖਾ ਸਰੀਰ ਮਿਲਿਆ ਆ, ਜਿਹਦੇ ਵਾਸਤੇ ਜਿਹੜੇ ਵਾਸਤੇ ਸਵਾਸ ਮਿਲੇ, ਜਿਹਦੇ ਵਾਸਤੇ ਆ ਸਾਰਾ ਕੁਝ ਮਿਲਿਆ ਆਪਾਂ ਨੂੰ, ਉਹ ਜਿਹੜਾ ਹੈਗਾ ਉਹ ਕੰਮ ਜਿਹੜਾ ਹੈਗਾ ਨਹੀਂ ਤਾਂ ਆਪਾਂ ਫਿਰ ਫਾਉਲ ਹੋ ਜਾਏਗਾ, ਨਹੀਂ ਤਾਂ ਆਪਾਂ ਜਿਹੜੇ ਹੈਗੇ ਆ ਇਹ ਆਪਾਂ ਜਿਹੜੇ ਹੈਗੇ ਫਿਰ ਦੇਣਦਾਰ ਹੋ ਜਾਾਂਗੇ। ਕਿਉਂਕਿ ਮਾਲਕ ਨੇ ਆਪਾਂ ਨੂੰ ਇਸ ਖੱਟੀ ਦੇ ਵਾਸਤੇ ਸਵਾਸਾਂ ਦਾ ਧਨ ਦਿੱਤਾ ਹੈ, ਸਰੀਰ ਦਿੱਤਾ ਆ, ਤੇ ਜੇ ਆਪਾਂ ਨੇ ਨਹੀਂ ਖੱਟੀ ਕੀਤੀ ਤੇ ਫਿਰ ਜਿਹੜੇ ਹੈਗੇ ਆਪਾਂ ਦੇਣਦਾਰ ਬਣ ਜਾਵਾਂਗੇ। ਇਸ ਸੌਦਾ ਨਹੀਂ ਕੀਤਾ ਤੇ ਆਪਾਂ ਦੇਣਦਾਰ ਹੋ ਜਾਵਾਂਗੇ, ਕਿਉਂਕਿ ਆਪਾਂ ਹੈਗੇ ਆ ਮਾਲਕ ਨੇ ਭੇਜਿਆ ਆਪਾਂ ਨੂੰ। ਮਾਲਕ ਦੇ ਪੁੱਤ ਕਹਿ ਲਓ, ਮਾਲਕ ਦੇ EMPLOYE ਕਹਿ ਲਓ। ਉਸ ਪਰਮਾਤਮਾ ਨੇ ਜਿਹੜਾ ਇਹ ਖੇਡ ਵਾਸਤੇ ਆਪਾਂ ਨੂੰ ਭੇਜਿਆ ਹੈ। ਔਰ ਜੇ ਆਪਾਂ ਇਹ ਖੇਡ ਨਹੀਂ ਖੇਡ ਰਹੇ ਫਿਰ ਜਿਹੜਾ ਹੈਗਾ ਦੇਣਦਾਰ ਹੋ ਜਾਵਾਂਗੇ, ਪਾਏ ਲੇਖਾ ਹੋ ਜਾਏਗਾ ਆਪਣੇ ਸਿਰ ਦੇ ਉੱਤੇ ਲੇਖ। ਫਿਰ ਜਿਹੜਾ ਆਪਾਂ ਨੂੰ ਉਹ ਕਾਰਨਸ਼ੀਲ ਵੱਧ ਜਾਣਗੇ ਤੇ ਫਿਰ ਉਹਦੇ ਵਾਸਤੇ ਫਿਰ ਜੂਨਾਂ ਦੇ ਵਿੱਚ ਪੈਣਾ ਪਊਗਾ। ਸ੍ਰੀ ਰਾਗ ਮਹੱਲਾ ਤੀਜਾ। ਕਰ ਹੀ ਸੌਦਾ ਪਾਈਐ ਅੰਤਰ ਸਭ ਵਤ ਹੋਏ। ਬਿਲਕੁਲ ਜਿਹੜਾ ਹੈ ਨਾ, ਬਿਲਕੁਲ ਨਿਆਏ ਉਚਿਤ ਹੈਗਾ, ਬਿਲਕੁਲ ਜਿਹੜਾ ਹੈਗਾ ਇਹ ਜਸਟੀਫਾਈਡ ਗੱਲ ਹੈਗੀ। ਇਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਕਿਸੇ ਪਾਸਿਓਂ ਜਿਹੜੀ ਹੈਗੀ ਕੋਈ ਰੋਣਤਾ ਹੀ ਨਹੀਂ ਵਰਤੀ ਗਈ, ਬਿਲਕੁਲ ਸਿੰਪਲ ਜੀ ਗੱਲ ਹੈਗੀ। ਕਰ ਹੀ ਸੌਦਾ ਪਾਈਐ ਅੰਤਰ ਸਭ ਵਤ ਹੋਏ। ਖਿਨ ਖਿਨ ਨਾਮ ਸੰਭਾਲੀਏ ਗੁਰਮੁਖ ਪਾਵੈ ਕੋਇ। ਹੁਣ ਇੱਥੇ ਲਿਖ ਰਿਹਾ ਮਹਾਰਾਜ ਕਿ ਗੁਰਮੁਖ ਪਾਵੈ ਕੋਇ, ਤੇ ਉਹ ਉੱਪਰ ਲਿਖ ਰਿਹਾ ਖਿਨ ਖਿਨ ਨਾਮ ਸੰਭਾਲੀਏ। ਇਹ ਸੌਦੇ ਦੇ ਵਾਸਤੇ ਜਿਹੜਾ ਹੈਗਾ ਨਾਮ ਦੇ ਵਾਸਤੇ ਆਪਾਂ ਨੂੰ ਸਵਾਸ ਦੇਣੇ ਪਊਗੇ, ਸਵਾਸ ਲਗਾਉਣੇ ਪੈਣੇ ਆ। ਇਸ ਨਾਮ ਨੂੰ, ਇਸ ਸੌਦੇ ਨੂੰ ਮਹਾਰਾਜ ਕਹਿੰਦੇ ਆ ਵੀ ਇਸ ਸੌਦੇ ਵਾਸਤੇ ਜਿਹੜਾ ਹੈਗਾ ਬਿਲਕੁਲ ਪੂਰੀ ਤਰ੍ਹਾਂ ਅਟੈਂਸ਼ਨ, ਹਰ ਟਾਈਮ ਤੈਨੂੰ ਅਟੈਂਸ਼ਨ ਰਹਿਣਾ ਪਊਗਾ ਬਈ ਆਹ ਚੀਜ਼ ਆਹ ਖੱਟੀ ਮੈਂ ਕਰਨੀ ਆ, ਨਾਮ ਤੱਕ ਮੈਂ ਪਹੁੰਚਣਾ ਆ। ਔਰ ਇਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਸ਼ਬਦ ਦਾ ਲਿੰਕ ਹੈਗਾ। ਸ਼ਬਦ ਦੇ ਦੁਆਰਾ ਆਪਾਂ ਜਿਹੜੇ ਹੈਗੇ ਸ਼ਬਦ ਦੇ ਦੁਆਰਾ ਜਾ ਸਕਦੇ ਹਾਂ। ਸ਼ਬਦ ਨੂੰ ਖਿਨ ਖਿਨ ਸੰਭਾਲਣਾ ਪਊਗਾ। ਨਾਮ ਦਾ ਮਤਲਬ ਸ਼ਬਦ, ਕਿਉਂਕਿ ਹਾਲੇ ਨਾਮ ਵਸਤੂ, ਨਾਮ ਪ੍ਰਾਪਤ ਨਹੀਂ ਹੋਈ ਆਪਾਂ ਨੂੰ, ਹਾਲੇ ਯਾਤਰਾ ਸ਼ੁਰੂ ਕੀਤੀ ਹੈ। ਹਾਲੇ ਜਿਹੜਾ ਹੈਗਾ ਸ਼ਬਦ ਦਾ ਅਭਿਆਸ ਕਰਨਾ ਹੈ ਆਪਾਂ ਨੇ, ਔਰ ਗੁਰੂ ਦੀ ਮੱਤ ਲੈ ਕੇ ਸ਼ਬਦ ਦਾ ਅਭਿਆਸ ਕਰਨਾ ਹੈ ਔਰ ਆਪਣੇ ਅੰਦਰ ਜਿਹੜਾ ਹੈਗਾ ਧਿਆਨ ਸਿਮਰਨ ਕਰਨਾ ਹੈ, ਆਪਣੇ ਅੰਦਰ ਵੜਨਾ ਹੈ। ਆਪਾਂ ਨੇ ਇਸ ਸੌਦੇ ਦੀ ਭਾਲ ਕਰਨੀ ਹੈ। ਰਾਮ ਰਾਮ ਬੋਲ ਬੋਲ ਖੋਜ ਤੇ ਵਡ ਭਾਗੀ।
ਖੋਜਣਾ ਹੈਗਾ ਹਾਲੇ। ਸੌਦਾ ਘਰ ਦੇ ਵਿੱਚ ਹੀ ਮਿਲਣਾ ਹੈ ਭਾਈ। ਔਰ ਇਹਦੇ ਸਾਰੀ ਵਸਤੂ ਜੋ ਕੁਛ ਵੀ ਹੈਗਾ ਆਪਣੇ ਅੰਦਰ ਸਾਰਾ ਕੁਛ ਹੈਗਾ। ਜਿਹੜੀ ਚੀਜ਼ ਚਾਹੀਦੀ ਹੈ, ਜੋ ਕੁਛ ਵੀ ਸੰਦ, ਜੋ ਕੁਛ ਵੀ ਚਾਹੀਦੇ ਹੈ ਇਹਦੇ ਵਾਸਤੇ, ਜਿਹੜੀ ਵੀ ਗੱਡੀ ਚਾਹੀਦੀ ਹੈ ਯਾਤਰਾ ਦੇ ਵਾਸਤੇ, ਸਾਰਾ ਕੁਛ ਅੰਦਰ ਪਿਆ ਹੋਇਆ ਆਪਣੇ। ਹਰ ਚੀਜ਼ ਅੰਦਰ ਹੈਗੀ ਆ। ਕਰ ਹੀ ਸੌਦਾ ਪਾਈਏ ਅੰਤਰ ਸਭ ਵਤ ਹੋਏ, ਖਿਨ ਖਿਨ ਨਾਮ ਸੰਭਾਲੀਏ ਗੁਰਮੁਖ ਪਾਵੈ ਕੋਏ। ਹਾਂ, ਕੰਡੀਸ਼ਨ ਹੈਗੀ, ਦੇਖੋ ਬਈ ਸੌਦਾ ਮਿਲਣਾ ਹੈ ਤੇ ਗੁਰੂ ਦੇ ਰਾਹੀਂ ਮਿਲਣਾ ਹੈ। ਔਰ ਕੋਈ ਟਾਵਾਂ ਜਿਹੜਾ ਹੈਗਾ ਗੁਰੂ ਦੀ ਗੱਲ ਮੰਨਦਾ ਹੈ, ਗੁਰੂ ਦੇ ਰਸਤੇ ਤੇ ਚੱਲਦਾ ਹੈ। ਖਿਨ ਖਿਨ ਜਿਹੜਾ ਹੈਗਾ ਯਾਦ ਰੱਖਣਾ ਪੈਣਾ ਹੈ ਵੀ ਮੈਂ ਇਹ ਸੌਦੇ ਦੇ ਵਾਸਤੇ ਆਇਆ। ਖਿਨ ਖਿਨ ਨਾਮ ਨੂੰ ਸੰਭਾਲਣਾ ਹੈ, ਨਾਮ ਵਾਲੇ ਪਾਸੇ ਨੂੰ ਤੁਰਨਾ ਹੈ ਆਪਾਂ ਨੇ। ਨਾਮ ਨਿਧਾਨ ਅਖੁੱਟ ਹੈ, ਵਡ ਭਾਗ ਪ੍ਰਾਪਤ ਹੋਏ। ਹਾਂ ਦੇਖ ਲਓ, ਅੱਗੇ ਦੱਸਤਾ ਮਹਾਰਾਜ ਨੇ ਵੀ ਹਾਲੇ ਖਿਨ ਖਿਨ ਨਾਮ ਸੰਭਾਲੀਏ ਦਾ ਮਤਲਬ ਹੈ ਵੀ ਤੂੰ ਹਾਲੇ ਥੋੜੀ ਨਾ ਨਾਮ ਮਿਲ ਗਿਆ ਜਿਹੜਾ ਨਾਮ ਨੂੰ ਇਕੱਠਾ ਕਰ ਲਈਏ, ਸੰਭਾਲ ਲਈਏ ਨਾਮ ਨੂੰ। ਸ਼ਬਦਾਂ ਦੀ ਲਿਮਿਟੇਸ਼ਨ ਹੈਗੀ ਆ। ਸ਼ਬਦਾਂ ਦੇ ਵਿੱਚੋਂ ਜਿਹੜੀ ਹੈ ਆਪਾਂ ਨੇ ਜਿਹੜੀ ਹੈਗੀ ਆ ਚੌਥੇ ਪਦ ਦੀ ਜਿਹੜੀ ਹੈਗੀ ਬੁਝਾਰਤ ਬੁੱਝਣੀ ਹੈ ਭਾਈ। ਨਾਮ ਨਿਧਾਨ ਅਖੁੱਟ ਹੈ, ਵਡ ਭਾਗ ਪ੍ਰਾਪਤ ਹੋਏ। ਕਹਿੰਦੇ ਇਹ ਸੌਦਾ ਐਸਾ ਹੈਗਾ, ਜੇ ਕਿਤੇ ਲੱਭ ਜਾਏ ਤੈਨੂੰ ਤੇ ਇਹ ਤਾਂ ਖਜ਼ਾਨਾ ਹੈਗਾ ਭਾਈ। ਔਰ ਇਹ ਕਦੀ ਖੁੱਟਦਾ ਵੀ ਨਹੀਂ ਹੈ, ਕਦੀ ਇਹਦੇ ਚ ਕਮੀ ਆਉਂਦੀ ਨਹੀਂ। ਜਿੰਨਾ ਮਰਜੀ ਵੰਡ ਲਾ, ਜਿੰਨਾ ਮਰਜੀ ਖਾ ਲਾ, ਜਿੰਨਾ ਮਰਜੀ ਯੂਜ਼ ਕਰ ਲਾ। ਨਾਮ ਨਿਧਾਨ ਅਖੁੱਟ ਹੈ, ਵਡ ਭਾਗ ਪ੍ਰਾਪਤ ਹੋਏ। ਵੱਡੇ ਭਾਗਾਂ ਦੇ ਨਾਲ ਜਿਹੜਾ ਹੈਗਾ ਇਹ ਪ੍ਰਾਪਤ ਹੋ ਜਾਂਦਾ। ਜਿਹੜੇ ਸੌਦੇ ਵੱਲ ਲੱਗ ਗਏ, ਸਮਝ ਲਓ ਉਹ ਵੱਡੇ ਭਾਗ ਹੋ ਗਏ ਉਹਨਾਂ ਦੇ। ਨਹੀਂ ਤਾਂ ਲੱਗਦਾ ਹੀ ਨਹੀਂ ਕੋਈ ਇਨਸਾਨ ਇਸ ਪਾਸੇ। ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ। ਕਹਿੰਦੇ ਇਹ ਮੇਰੇ ਮਨ ਦੇਖ ਲਾ, ਚੀਜ਼ ਅਲਾਉਡ ਨਹੀਂ ਹੈਗੀ। ਇਹ ਜਿਹੜੀ ਹੈਗੀ ਇਹ ਸੌਦਾ ਲੈਣ ਨਹੀਂ ਦੇਗੀ ਚੀਜ਼ਾਂ, ਜੇ ਤੇਰੇ ਅੰਦਰ ਅਵਗੁਣ ਹੋਣਗੇ। ਔਰ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ। ਮੇਰੇ ਮਨ ਤਜ ਨਿੰਦਾ, ਕਿਸੇ ਦੀ ਨਿੰਦਾ ਕਰ ਰਹੇ ਆਪਾਂ ਤੇ ਆਪਾਂ ਨੂੰ ਫਾਇਦਾ ਕੀ ਹੋ ਰਿਹਾ? ਕਿਹੜਾ ਆਪਾਂ ਨੂੰ ਕਿਹੜੀ ਚੀਜ਼ ਉਪਲਬਧ ਹੋ ਰਹੀ ਹੈ? ਕੀ ਮਿਲ ਰਿਹਾ ਆਪਾਂ ਨੂੰ? ਹਉਮੈ ਕਰ ਰਹੇ ਆ, ਮੈਂ, ਮੇਰੀ, ਆ ਮੇਰਾ, ਉਹਦੇ ਨਾਲ ਕੀ ਮਿਲ ਰਿਹਾ ਆਪਾਂ ਨੂੰ? ਸਿਰਫ ਫੋਕੀ ਜਿਹੜੀ ਹੈਗੀ ਚੌਧਰਪਣਾ, ਹੰਕਾਰ। ਕਾਹਦਾ ਹੰਕਾਰ ਹੈ? ਆਪਣਾ ਕੀ ਹੈਗਾ ਦੁਨੀਆ ਦੇ ਵਿੱਚ? ਕਿਹੜੀ ਚੀਜ਼ ਆਪਣੀ ਹੈਗੀ? ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ। ਦੇਖ ਲਓ, ਬਿਲਕੁਲ ਜੇ ਆਪਾਂ ਇਹਨੂੰ ਵਿਚਾਰ ਕਰੀਏ ਵਿਵੇਕ ਬੁੱਧੀ ਦੇ ਨਾਲ, ਤੇ ਇਹਨਾਂ ਦੇ ਨਾਲ ਆਪਾਂ ਨੂੰ ਫਾਇਦਾ ਤਾਂ ਕੋਈ ਨਹੀਂ ਹੋ ਰਿਹਾ, ਔਰ ਨੁਕਸਾਨ ਤਾਂ ਉਹ ਸੌਦਾ ਪ੍ਰਾਪਤ ਨਹੀਂ ਹੁੰਦਾ ਇਹਨਾਂ ਦੇ ਨਾਲ। ਨੁਕਸਾਨ ਤਾਂ ਸਭ ਤੋਂ ਵੱਡਾ ਹੋ ਰਿਹਾ ਇਹਨਾਂ ਦੇ ਨਾਲ। ਔਰ ਫਾਇਦਾ ਨਾਮ ਦੀ ਜਿਹੜੀ ਹੈਗੀ ਕੋਈ ਚੀਜ਼ ਹੀ ਨਹੀਂ ਹੈ ਆਪਣੇ ਕੋਲ। ਫਾਇਦਾ ਜਿਹੜਾ ਹੈਗਾ, ਕੋਈ ਫਾਇਦਾ ਆਪਾਂ ਨੂੰ ਇਹਦੇ ਨਾਲ ਕੋਈ ਫਾਇਦਾ ਹੋ ਜਾਏ। ਹਰਿ ਜਿਉ ਸਦਾ ਧਿਆਏ ਤੂੰ, ਗੁਰਮੁਖ ਏਕ ਓੰਕਾਰ ਰਹਾਉ। ਦੇਖੋ ਫਿਰ ਮਹਾਰਾਜ ਕਹਿ ਰਹੇ ਆ ਭਾਈ, ਹੁਣ ਧਿਆਏ ਤੂੰ ਲਿਖ ਦਿੱਤਾ, ਸੇਮ ਚੀਜ਼ ਹੈਗੀ ਆ ਉੱਥੇ ਜਿਹੜਾ ਹੈਗਾ ਖਿਨ ਖਿਨ ਨਾਮ ਸੰਭਾਲੀਏ ਗੁਰਮੁਖ ਪਾਵੈ ਕੋਏ। ਉੱਥੇ ਖਿਨ ਖਿਨ ਨਾਮ ਸੰਭਾਲੀਏ ਲਿਖਤਾ, ਇੱਥੇ ਧਿਆਏ ਲਿਖਤਾ। ਕਹਿੰਦੇ ਧਿਆਨ ਤੇਰਾ ਇਸ ਪਾਸੇ ਹੋਣਾ ਚਾਹੀਦਾ ਹੈ, ਮਾਲਕ ਪਰਮਾਤਮਾ ਦੇ ਵੱਲ। ਇਹ ਸੌਦਾ ਜਿਹੜਾ ਹੈਗਾ, ਜਿਹੜਾ ਮਾਲਕ ਪਰਮਾਤਮਾ ਵੱਲ ਧਿਆਨ ਕਰਦਾ ਹੈ, ਕਿਉਂਕਿ ਇੱਕ ਮਾਲਕ ਪਰਮਾਤਮਾ, ਇੱਕ ਓਂਕਾਰ, ਬਾਕੀ ਕੁਛ ਵੀ ਨਹੀਂ ਹੈਗਾ। ਬਾਕੀ ਸਾਰਾ ਜਿਹੜਾ ਹੈਗਾ ਫੈਬਰੀਕੇਟਿਡ ਹੈਗਾ। ਬਾਕੀ ਸਾਰਾ ਜਿਹੜਾ ਹੈਗਾ ਮ੍ਰਿਗ ਤ੍ਰਿਸ਼ਨਾ ਹੈਗੀ, ਬਾਕੀ ਸਾਰਾ ਮਾਇਆ ਹੈਗੀ ਹੈ। ਹਰਿ ਜਿਉ ਸਦਾ ਧਿਆਏ ਤੂੰ, ਗੁਰਮੁਖ ਏਕ ਓੰਕਾਰ। ਇਹ ਮੇਰੇ ਮਨਾ ਹੈ, ਮੇਰੇ ਜੀ, ਉਸ ਮਾਲਕ ਪਰਮਾਤਮਾ ਦਾ ਧਿਆਨ ਹਮੇਸ਼ਾ ਕਰ, ਗੁਰੂ ਦੇ ਰਾਹੀਂ। ਉਸ ਇੱਕ ਓਂਕਾਰ ਜਿਹੜਾ ਕਲਮ ਕੱਲਾ ਹੈਗਾ। ਇੱਥੇ ਇੱਕ ਓੰਕਾਰ ਲਿਖਤਾ, ਉੱਥੇ ਜਿਹੜਾ ਹੈ ਇੱਕ ਪਾ ਕੇ ਓਂਕਾਰ ਲਿਖਤਾ, ਊੜਾ ਪਾਤਾ ਖੁੱਲਾ, ਸੇਮ ਚੀਜ਼ ਹੈਗੀ। ਰਹਾਉ ਦੀ ਪੰਕਤੀ ਹੈਗੀ ਆ। ਦੇਖੋ ਰਹਾਉ ਦੇ ਵਿੱਚ ਮਹਾਰਾਜ ਕਹਿੰਦੇ ਵੀ ਸੌਦਾ ਲੈਣਾ ਹੈ ਤੇ ਨਿੰਦਾ, ਹਉਮੈ ਤੇ ਹੰਕਾਰ ਇਹਨਾਂ ਨੂੰ ਡ੍ਰੌਪ ਕਰਨਾ ਪਊਗਾ। ਇਹਨਾਂ ਦੇ ਵੱਲ ਤੈਨੂੰ ਜਿਹੜਾ ਹੈਗਾ ਧਿਆਨ ਦੇਣਾ ਪਊਗਾ। ਆਪਣੇ ਜਿਹੜਾ ਹੈਗੇ ਅੰਦਰ ਆ ਚੀਜ਼, ਬਈ ਮੈਂ ਨਿੰਦਾ ਨਹੀਂ ਕਰਨੀ, ਮੈਂ ਹਉਮੈ ਨਹੀਂ ਕਰਨੀ, ਮੈਂ ਹੰਕਾਰ ਨਹੀਂ ਕਰਨਾ। ਇਹ ਚੀਜ਼ ਜਿਹੜੀ ਹੈ ਇਹਨੂੰ ਪਕਾਉਣਾ ਪੈਣਾ ਹੈ ਆਪਾਂ ਨੂੰ।
ਆ ਜਿਹੜੇ ਹੈਗੇ ਗੁਣਾਂ ਨੂੰ ਇਹ ਧਾਰਨ ਕਰਨਾ ਪੈਣਾ, ਇਹ ਔਗੁਣ ਹੈਗੇ ਇਹਨਾਂ ਨੂੰ ਛੱਡਣਾ ਪੈਣਾ ਹੈ। ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ। ਆ ਦੇਖੋ ਹੁਣ ਗੁਰਮੁਖਾਂ ਕਿੰਨੇ, ਇਹ ਬਹੁਤ ਸਾਰੇ ਗੁਰਮੁਖ ਹੋ ਗਏ ਨਾਉਨ। ਗੁਰਮੁਖਾਂ ਕੇ ਮੁਖ ਉਜਲੇ, ਉਹਨਾਂ ਦੇ ਮੁਖ ਉਜਲੇ ਹੁੰਦੇ ਆ, ਕਿਉਂਕਿ ਗੁਰ ਸ਼ਬਦੀ ਵਿਚਾਰ ਉਹਨਾਂ ਦੇ ਉਹ ਗੁਰੂ ਦੇ ਅਨੁਸਾਰ, ਕਿਉਂਕਿ ਗੁਰਮੁਖਾਂ ਲਿਖਤਾ ਉਹ ਗੁਰੂ ਦੇ ਅਨੁਸਾਰ, ਗੁਰੂ ਦੀ ਮੱਤ ਦੇ ਅਨੁਸਾਰ ਸ਼ਬਦ ਦੀ ਵਿਚਾਰ ਕਰਦੇ ਆ। ਉਹ ਇਹ ਸੌਦਾ ਕਿਵੇਂ ਲੈਣਾ ਆ, ਸ਼ਬਦ ਅਭਿਆਸ ਕਿਵੇਂ ਕਰਨਾ ਆ, ਉਹ ਇਹਦੀ ਵਿਚਾਰ ਕਰਦੇ ਆ ਔਰ ਇਸ ਰਸਤੇ ਤੇ ਤੁਰਦੇ ਆ। ਹਲਤ ਪਲਤ ਸੁਖ ਪਾਇੰਦੇ ਜਪ ਜਪ ਹਿਰਦੈ ਮੁਰਾਰ। ਔਰ ਕਹਿੰਦੇ ਲੋਕ ਪਰਲੋਕ ਦੇ ਵਿੱਚ ਸੁਖ ਪਾਉਂਦੇ, ਇੱਥੇ ਵੀ ਸੁਖੀ ਹੁੰਦੇ ਰਹਿੰਦੇ ਆ, ਉਹਨਾਂ ਦੀ ਯਾਤਰਾ ਇੱਥੇ ਵੀ ਸੁਖੀ ਰਹਿੰਦੇ, ਸੁਖ ਦੇ ਵਿੱਚ ਰਹਿੰਦੇ ਆ, ਔਰ ਅੱਗੇ ਵੀ ਸੁਖੀ, ਹਮੇਸ਼ਾ ਵਾਸਤੇ, ਚਾਰ ਯੁਗਾਂ ਵਾਸਤੇ ਸੁਖੀ ਹੋ ਜਾਂਦੇ ਆ, ਹਮੇਸ਼ਾ ਹੀ ਸੁਖੀ ਹੋ ਜਾਂਦੇ ਆ। ਜਪ ਜਪ ਹਿਰਦੈ ਮੁਰਾਰ, ਆਪਣੇ ਹਿਰਦੇ ਦੇ ਵਿੱਚ ਉਸ ਮਾਲਕ ਪਰਮਾਤਮਾ ਨੂੰ ਜਪ ਜਪ ਕੇ, ਯਾਦ ਕਰ ਕਰਕੇ। ਕਰਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ। ਕਹਿੰਦੇ ਘਰ ਦੇ ਵਿੱਚ ਹੀ, ਦੇਖੋ ਸੌਦਾ ਕਿੱਥੇ ਮਿਲਿਆ, ਘਰ ਦੇ ਵਿੱਚ ਹੀ ਮਹਿਲ ਮਿਲ ਗਿਆ, ਪਰਮਾਤਮਾ ਦਾ ਮਹਿਲ, ਉਹਦਾ ਰਸਤਾ, ਮਹਿਲ ਚ ਐਂਟਰੀ ਗੁਰੂ ਦੇ ਸ਼ਬਦ ਦੇ ਦੁਆਰਾ, ਗੁਰ ਸ਼ਬਦੀ ਵਿਚਾਰ, ਗੁਰੂ ਦੇ ਸ਼ਬਦ ਦੇ ਦੁਆਰਾ ਵਿਚਾਰ ਕਰਕੇ, ਗੁਰੂ ਦੀ ਮੱਤ ਨੂੰ, ਗੁਰੂ ਨੂੰ ਕੰਸਲਟ ਕਰਕੇ, ਔਰ ਇੱਕ ਸ਼ਬਦ ਦੇ ਉੱਤੇ ਆ ਕੇ ਅੰਦਰ ਜਿਹੜਾ ਸ਼ਬਦ ਜਿਹੜਾ ਚੱਲ ਰਿਹਾ ਆ ਸ੍ਰਿਸ਼ਟੀ ਦੇ ਵਿੱਚ, ਉਸ ਸ਼ਬਦ ਨੂੰ ਪਕੜ ਕੇ, ਉਸ ਸ਼ਬਦ ਦਾ ਧਿਆਨ ਕਰਕੇ, ਕਰਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ, ਔਰ ਉਹ ਮਹਿਲ ਪ੍ਰਾਪਤ ਕਰ ਲੈਂਦੇ। ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ। ਹੁਣ ਸਤਿਗੁਰ ਤੇ ਆ ਗਿਆ, ਨਾਲ ਤੇ ਵਰਡ ਆ ਗਿਆ, ਇਸ ਕਰਕੇ ਸਤਿਗੁਰ ਦਾ ਔਂਕੜ ਉੱਡ ਗਿਆ। ਸਤਿਗੁਰ ਤੇ ਸੰਬੰਧ ਕੀ ਵਰਡ ਲੱਗ ਗਿਆ, ਇਸ ਕਰਕੇ ਔਂਕੜ ਦੀ ਲੋੜ ਹੀ ਨਹੀਂ ਹੈ। ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ। ਕਹਿੰਦੇ ਦੇਖੋ ਜਿਨ੍ਹਾਂ ਨੇ ਗੁਰੂ ਦਾ ਗਿਆਨ ਨਹੀਂ ਲਿਆ, ਜਿਹੜੇ ਗੁਰੂ ਦੀ ਮੱਤ, ਇਸ ਗੁਰੂ ਦੀ ਮੱਤ ਨੂੰ ਨਹੀਂ ਵਿਚਾਰਦੇ, ਸਤਿਗੁਰ ਤੇ ਮੂੰਹ ਫੇਰੇ ਦਾ ਕੀ ਮਤਲਬ ਆ, ਜਿਹੜੇ ਸਤਿਗੁਰ ਦੇ ਅਨੁਸਾਰ ਆਪਣੀ ਗੱਡੀ ਨਹੀਂ ਚਲਾਉਂਦੇ ਜੀਵਨ ਦੀ ਯਾਤਰਾ। ਸਤਿਗੁਰ ਤੇ ਮੂੰਹ ਫੇਰੇ, ਬਹੁਤ ਸਾਰੇ ਆ ਮੂੰਹ ਫੇਰਨ ਵਾਲੇ। ਸਤਿਗੁਰ ਤੇ ਮੂੰਹ ਫੇਰੇ, ਸਤਿਗੁਰ ਤੇ ਜੋ ਮੂੰਹ ਫੇਰੇ, ਜੋ ਜਿਹੜੇ ਮੱਥੇ ਤਿੰਨ ਕਾਲੇ, ਉਹਨਾਂ ਦੇ ਮੱਥੇ ਕਾਲੇ ਆ ਭਾਈ, ਉਹਨਾਂ ਦੇ ਮੰਦੇ ਭਾਗ ਹੈਗੇ ਆ, ਉਹਨਾਂ ਦੇ ਕਾਲੇ ਮੱਥੇ ਕੀ ਹੈਗੇ, ਸੰਸਕਾਰ ਉਹਨਾਂ ਦੇ ਜਿਹੜੇ ਹੈਗੇ ਆ, ਉਹਨਾਂ ਦਾ ਲੇਖਾ। ਅਨਦਿਨ ਦੁੱਖ ਕਮਾਉਂਦੇ, ਫਿਰ ਉਹਦੇ ਨਾਲ ਹੁੰਦਾ ਕੀ ਆ, ਕਿਉਂ ਸਤਿਗੁਰ ਤੇ ਮੂੰਹ ਫੇਰ ਲਿਆ ਤੇ ਫਿਰ ਉਹਨਾਂ ਨੇ ਕਿੱਧਰ ਨੂੰ ਮੂੰਹ ਕਰ ਲਿਆ, ਫਿਰ ਉਹਨਾਂ ਨੇ ਜਿਹੜਾ ਹੈਗਾ ਮਾਇਆ ਵੱਲ ਨੂੰ ਮੂੰਹ ਕਰ ਲਿਆ, ਮ੍ਰਿਗ ਤ੍ਰਿਸ਼ਨਾ, ਜੋ ਧੋਖਾ ਟਰੈਪ ਜਿਹੜਾ ਹੈਗਾ। ਤੇ ਟਰੈਪ ਜਦ ਕੋਈ ਚੀਜ਼ ਹੈ ਹੀ ਨਹੀਂ ਆ, ਫੈਬਰੀਕੇਟਡ ਹੈਗੀ, ਤੇ ਉਹਦੇ ਨਾਲ ਜਿਹੜਾ ਹੈ ਸੁੱਖ ਕਿਵੇਂ ਹੋ ਸਕਦਾ ਹੈ, ਉਹ ਪਰਮਾਨੈਂਟ ਕਿਵੇਂ ਹੋ ਸਕਦੀ ਹੈ। ਸਤਿਗੁਰ ਤੇ ਮੂੰਹ ਫੇਰੇ, ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ। ਅਨਦਿਨ ਦੁੱਖ ਕਮਾਉਂਦੇ ਨਿਤ ਜੋਹੇ ਜਮ ਜਾਲੇ। ਕਹਿੰਦੇ ਦੁੱਖ ਹੀ ਕਮਾਉਂਦੇ ਆ ਉਹ, ਉਹਨਾਂ ਨੇ ਕਮਾਈ ਕੀ ਕਰਨੀ, ਮਾਇਆ ਦੀ ਕਮਾਈ ਕਰਨੀ ਹੈ, ਔਰ ਜਿਹੜਾ ਹੈਗਾ ਇਹ ਵਿਸ਼ੇ ਵਿਕਾਰ ਜਿਹੜੇ ਹੈਗੇ, ਜੋ ਭੋਗ ਵਿਲਾਸ ਹੈ, ਇਹਨਾਂ ਦੇ ਵਾਸਤੇ ਹੀ ਗਤੀ ਕਰਨੀ ਹੈ ਉਹਨਾਂ ਨੇ। ਨਿਤ ਜੋਹੇ ਜਮ ਜਾਲੇ, ਜਮ ਦੇ ਜਾਲ ਦੇ ਵਿੱਚ ਜਿਹੜਾ ਹੈਗਾ, ਬਸ ਜਿਵੇਂ ਜਿਹੜਾ ਬਲਦ ਜਿਹੜੇ ਹੈਗੇ ਖੋਪੇ ਲਾ ਦਿੱਤੇ ਆ, ਔਰ ਖੂਹ ਦੇ ਗੇੜੇ ਜਾਣ, ਤੇਲੀ ਦਾ ਬਲਦ ਹੈਗਾ, ਦੇਈ ਜਾਂਦਾ ਗੇੜੇ, ਦੇਈ ਜਾਂਦਾ ਗੇੜੇ, ਬਸ। ਅਨਦਿਨ ਦੁੱਖ ਕਮਾਉਂਦੇ ਨਿਤ ਜੋਹੇ ਜਮ ਜਾਲੇ, ਜਮ ਨੇ ਅੱਗੇ ਲਾਏ ਹੋਏ ਆ ਭਾਈ, ਜਮ ਦੀ ਜਾਲੀ ਚ ਫਸੇ ਹੋਏ ਆ ਪੂਰੀ ਤਰ੍ਹਾਂ। ਸੁਪਨੇ ਸੁਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ। ਔਰ ਸ਼ਬਦ ਗਾਰੰਟੀ ਦੇ ਰਿਹਾ ਭਾਈ, ਬਈ ਸੁਪਨੇ ਦੇ ਵਿੱਚ ਵੀ ਸੁੱਖ ਨਹੀਂ ਦੇਖ ਸਕਦੇ ਹੋ, ਸੁਪਨੇ ਦੇ ਵਿੱਚ ਵੀ ਭੁੱਲ ਜਾਓ ਕਿ ਸੁੱਖ ਮਿਲ ਜਾਏਗਾ ਇਹ ਮਾਇਆ ਦੇ ਵਿੱਚ, ਸੰਸਾਰ ਦੇ ਵਿੱਚ। ਸੁਪਨੇ ਸੁੱਖ ਨਾ ਦੇਖਣੀ, ਇਹ ਤਾਂ ਚੋਗਾ ਹੈ ਜਿਹਨੂੰ ਆਪਾਂ ਸੁੱਖ ਸਮਝ ਕੇ ਬੈਠੇ ਹੋਏ ਹਾਂ। ਚੋਗਾ ਕੀ ਹੈ, ਚੋਗਾ ਇਸ ਕਰਕੇ ਚੋਗਾ ਕੀ ਹੈ, ਆਪਾਂ ਭੋਗ ਵਿਲਾਸ ਦੇ ਵਿੱਚ ਆ ਗਏ, ਦੁਨੀਆ ਦੇ ਵਿੱਚ ਪਦਾਰਥਾਂ ਦੇ ਵਿੱਚ ਆ ਗਏ, ਉਹਦੇ ਨਾਲ ਕੀ ਹੋਇਆ, ਉਹਦੇ ਨਾਲ ਆਤਮਿਕ
ਪਰਮਾਤਮਾ ਦੇ ਵੱਲ ਨੂੰ ਜਿਹੜਾ ਹੈਗਾ ਆਪਣਾ ਬਿਲਕੁਲ ਬੰਦ ਹੋ ਗਿਆ ਕੰਮ, ਸੀਗਾ ਹੀ ਨਹੀਂ ਔਰ ਉਹ ਗਏ ਹੀ ਨਹੀਂ ਉਸ ਪਾਸੇ ਨੂੰ। ਬਸ ਇਸ ਕਰਕੇ ਜਿਹੜਾ ਹੈਗਾ ਆਪਾਂ ਨੂੰ ਸੁਪਨੇ ਦੇ ਵਿੱਚ ਵੀ ਉਹ ਪਾਸਾ ਨਹੀਂ ਦੇਖਣ ਨੂੰ ਮਿਲੂਗਾ। ਜੇ ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ। ਦੇਖੋ ਇੰਨਾ ਇੰਪੋਰਟੈਂਟ ਹੈਗੀ ਇਹ ਗੁਰੂ ਦੀ ਮੱਤ, ਇੰਨੀ ਇੰਪੋਰਟੈਂਟ ਹੈਗੀ। ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ, ਅਨਦਿਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਾਲੇ, ਸੁਪਨੇ ਸੁਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ। ਕਹਿੰਦੇ ਬੜੀ ਚਿੰਤਾ ਵੀ ਰਹੂਗੀ ਔਰ ਪਰਜਾਲੇ ਮਤਲਬ ਪੂਰੀ ਤਰ੍ਹਾਂ ਸੜਦੇ ਰਹਿਣਗੇ ਉਹ ਇਸ ਅੱਗ ਦੇ ਵਿੱਚ, ਇਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਮੋਹ ਦੀ ਅਟੈਚਮੈਂਟ ਦੀ ਅੱਗ ਦੇ ਵਿੱਚ ਸੜਦੇ ਰਹਿਣਗੇ। ਔਰ ਚਿੰਤਾ ਦੇਖ ਲਓ ਆਪਾਂ ਸਾਰੇ ਅੱਜ ਕੱਲ ਤਾਂ ਦੇਖੋ ਮੈਕਸੀਮਮ ਜਿਹੜਾ ਹੈਗਾ ਚਿੰਤਾ ਟੌਪ ਲੈਵਲ ਦੇ ਉੱਤੇ ਚੱਲ ਰਹੀ ਹੈ ਅੱਜ ਕੱਲ। ਬਿਲਕੁਲ ਜਿਹੜਾ ਹੈਗਾ ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈ, ਬਿਲਕੁਲ ਪੂਰੀ ਤਰ੍ਹਾਂ ਜਿਹੜੇ ਹੈਗੇ ਗਰਸੇ ਪਏ ਆ, ਕੋਈ ਸ਼ਾਂਤੀ ਹੈ ਹੀ ਨਹੀਂ ਕਿਸੇ ਦੇ ਕੋਲ, ਕੋਈ ਬਰਦਾਸ਼ਤ ਸ਼ਕਤੀ ਖਤਮ ਹੋਈ ਪਈ ਹੈ ਸਾਰਿਆਂ ਦੀ। ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ। ਸਾਰਿਆਂ ਦਾ ਦਾਤਾ ਜਿਹੜਾ ਹੈਗਾ ਇੱਕੋ ਹੀ ਹੈ, ਮਾਲਕ ਪਰਮਾਤਮਾ, ਕਿਉਂਕਿ ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰੀ ਖੇਡ ਬਣਾਉਣ ਵਾਲਾ ਉਹ ਮਾਲਕ ਪਰਮਾਤਮਾ ਹੈਗਾ। ਆਪੇ ਉਹਨੇ ਬਖਸ਼ਿਸ਼ ਕਰਨੀ ਹੈ ਮਾਲਕ ਪਰਮਾਤਮਾ ਨੇ, ਸਾਰਿਆਂ ਦੀ ਫਿਕਰ ਹੈ ਉਹਨੂੰ। ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇ। ਦਾਤਾ ਉਹ ਮਾਲਕ ਪਰਮਾਤਮਾ ਹੈਗਾ, ਬਖਸ਼ਿਸ਼ ਉਹਨੇ ਕਰਨੀ ਹੈ, ਸਾਰੇ ਉਹਦੇ ਲਈ ਬਰਾਬਰ ਹੈਗੇ ਆ। ਕਹਿਣਾ ਕਿਛੂ ਨਾ ਜਾਵਈ, ਕੁਛ ਕਿਹਾ ਨਹੀਂ ਜਾ ਸਕਦਾ, ਜਿਸ ਭਾਵ ਹੈ ਤਿਸ ਦੇ। ਕਹਿੰਦੇ ਜਿਹਨੂੰ ਹੁਣ ਜਿਸ ਭਾਵ ਹੈ ਮਤਲਬ ਮਾਲਕ ਨੂੰ, ਜਿਹਨੂੰ ਮਾਲਕ ਨੂੰ ਜਿਹੜਾ ਪਾਉਂਦਾ, ਠੀਕ ਹੈ ਹਾਂ ਭਾਈ ਮਾਲਕ ਨੂੰ ਜਿਹੜਾ ਪਾਉਂਦਾ, ਪਰ ਮਾਲਕ ਦੇ ਕੋਲ ਕਿਹੜਾ ਜਿਹੜਾ ਹੈਗਾ ਕਿਹੜੀ ਕਸੌਟੀ ਹੈਗੀ ਜਿਹਦੇ ਨਾਲ ਉਹ ਦੇਖਦਾ ਹੈ ਵੀ ਕਿਹਨੂੰ ਦੇਣੀ ਹੈ ਕਿਹਨੂੰ ਨਹੀਂ ਦੇਣੀ। ਵਾਪਸ ਗੱਲ ਉੱਥੇ ਆ ਜਾਊਗੀ, ਜਿਹੜਾ ਇਸ ਵਸਤੂ ਨੂੰ ਚਾਹੁੰਦਾ ਹੈਗਾ ਘੁੰਮ ਕੇ ਗੱਲ ਉੱਥੇ ਹੀ ਆ ਜਾਣੀ ਹੈ। ਜੇ ਆਪਾਂ ਕਹੀਏ ਮਾਲਕ ਨੂੰ ਪਾਉਂਦਾ, ਠੀਕ ਹੈ ਮਾਲਕ ਨੂੰ ਪਾਉਂਦਾ ਹੈ, ਭਾਈ ਮਾਲਕ ਦੇ ਕੋਲ ਕਿਹੜੀ ਕਸੌਟੀ ਦੇ ਨਾਲ ਮਾਲਕ ਦੇਖੂਗਾ, ਉਹ ਕਸੌਟੀ ਉਹੀ ਹੈ ਵੀ ਕਿਹਨੂੰ ਡਿਮਾਂਡ ਕਿਹੜਾ ਮੰਗ ਕਰ ਰਿਹਾ, ਇਹਦਾ ਕਿਹੜਾ ਅਧਿਕਾਰੀ ਹੈਗਾ, ਕਿਹੜਾ ਮੰਗ ਕਰ ਰਿਹਾ, ਕਿਹਦੇ ਕੋਲੋਂ ਡਿਮਾਂਡ ਆਈ, ਕਿਹੜਾ ਗਤੀ ਕਰ ਰਿਹਾ ਇਸ ਪਾਸੇ ਨੂੰ, ਕਿਹੜਾ ਗੁਰੂ ਦੀ ਗੱਲ ਸੁਣ ਰਿਹਾ ਹੈ। ਕਹਿਣਾ ਇਹ ਘੁੰਮ ਕੇ ਆਪਾਂ ਆ ਗਏ ਗੱਲ ਨੂੰ, ਸਿੰਪਲ ਜੇ ਇਹਦੇ ਮੀਨਿੰਗ ਹੈਗੇ ਜਿਹਨੂੰ ਇਹ ਚੀਜ਼ ਪਾਉਂਦਾ ਹੀ ਆ ਉਹਨੂੰ ਦੇ ਦਿੰਦਾ ਹੈ ਉਹ ਮਾਲਕ ਪਰਮਾਤਮਾ। ਉਹ ਵਿਤਕਰਾ ਥੋੜੀ ਨਾ ਕਰਦਾ ਹੈ ਮਾਲਕ ਪਰਮਾਤਮਾ, ਕਿਉਂਕਿ ਇਸ ਉੱਪਰ ਤਾਂ ਕਹਿ ਰਹੀ ਹੈ ਬਾਣੀ, ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ। ਕਹਿਣਾ ਕਿਛੂ ਨਾ ਜਾਵੇ ਜਿਸ ਭਾਵੈ ਤਿਸ ਦੇ। ਨਾਨਕ ਗੁਰਮੁਖ ਪਾਈਐ ਆਪੇ ਜਾਣੇ ਸੋਏ। ਹੁਣ ਇੱਥੇ ਦੇਖ ਲਓ ਇਸ ਤਰ੍ਹਾਂ ਵੀ ਲਿਖ ਸਕਦੇ ਸੀਗੇ, ਨਾਨਕ ਗੁਰਮੁਖ ਪਾਈਏ, ਖੱਖੇ ਨੂੰ ਔਂਕੜ ਲਗਾ ਸਕਦੇ ਸੀਗੇ, ਤੇ ਇੱਥੇ ਸਿਹਾਰੀ ਲਗਾਈ ਗੁਰੂ ਦੇ ਦੁਆਰਾ ਪਾਈ ਜਾ ਸਕਦੀ ਹੈ। ਨਾਨਕ ਗੁਰਮੁਖੇ ਪਾਈਏ ਆਪੇ ਜਾਣੇ ਸੋਏ। ਇਹ ਬਿਲਕੁਲ ਸ਼ਬਦ ਜਿਹੜੇ ਹੈਗੇ ਆ ਉਹਦੀ ਸਿਹਾਰੀ ਦੇ ਨਾਲ ਜਿਹੜੇ ਹੈਗੇ ਸ਼ਬਦ ਵੀ ਘਟ ਜਾਂਦੇ ਆ, ਤੇ ਨਾਲੇ ਜਿਹੜਾ ਹੈਗਾ ਮੀਨਿੰਗ ਵੀ ਆ ਜਾਂਦਾ ਹੈ। ਗੁਰੂ ਦੇ ਦੁਆਰਾ ਪਾਈ ਜਾਂਦੀ ਹੈ, ਆਪੇ ਜਾਣੇ ਸੋਏ। ਮਾਲਕ ਪਰਮਾਤਮਾ ਇਹ ਸਾਰੀ ਖੇਡ ਨੂੰ ਜਾਣਦਾ ਹੈ ਔਰ ਖੇਡ ਰਿਹਾ ਹੈ ਮਾਲਕ ਪਰਮਾਤਮਾ। ਸ੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀਏ ਸੱਚ ਵਡਿਆਈ ਦੇ। ਕਹਿੰਦੇ ਉਹ ਸੱਚਾ ਹੈ, ਹਮੇਸ਼ਾ ਰਹਿਣ ਵਾਲਾ ਔਰ ਉਹ ਮਾਲਕ ਹੈਗਾ, ਇਸ ਕਰਕੇ ਉਹਦੀ ਸੇਵਾ ਕਰਨੀ ਚਾਹੀਦੀ ਆ। ਜਿਹੜਾ ਕਰੂਗਾ ਉਹਨੂੰ ਸੱਚੀ ਵਡਿਆਈ ਦੇ ਦਿੰਦਾ ਹੈ ਮਾਲਕ ਪਰਮਾਤਮਾ, ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨੂੰ ਨਾਮ ਦੇ ਦਿੰਦਾ, ਨਾਮ ਪਦਾਰਥ ਦੇ ਦਿੰਦਾ, ਅੰਮ੍ਰਿਤ ਰਸ ਦੇ ਦਿੰਦਾ ਹੈ। ਸੱਚਾ ਸਾਹਿਬ ਸੇਵੀਏ ਸੱਚ ਵਡਿਆਈ ਦੇ, ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ। ਕਹਿੰਦੇ ਗੁਰੂ ਦੇ ਪ੍ਰਸਾਦ ਦੇ ਨਾਲ ਮਨ ਦੇ ਵਿੱਚ ਵਸਣਾ ਹੈ। ਇਹ ਗੁਰੂ ਜਿਹੜਾ ਹੈਗਾ ਇਹ ਨਾਲੋਂ ਨਾਲ ਚੱਲਣਾ ਹੈ ਭਾਈ, ਇਹ ਗੁਰੂ ਦੀ ਮੱਤ ਜਿਹੜੀ ਹੈਗੀ ਨਾਲੋਂ ਨਾਲ ਜਾਏਗੀ ਬਰਾਬਰ। ਗੁਰ ਪ੍ਰਸਾਦੀ ਮਨ ਵਸੈ, ਗੁਰੂ ਦੇ ਪ੍ਰਸਾਦ ਦੇ ਦੁਆਰਾ ਜਿਹੜਾ ਗੁਰੂ ਦੇ ਅਨੁਸਾਰ ਚੱਲਦਾ ਆ, ਜਿਹੜਾ ਗੁਰੂ ਦੇ ਅਨੁਸਾਰ ਜਿਹੜਾ ਧਿਆਨ ਸਿਮਰਨ ਕਰਦਾ ਹੈ, ਭਗਤੀ ਕਰਦਾ ਹੈ, ਆਪਣੇ ਅੰਦਰ ਵਸਤੂ ਭਾਲਦਾ ਹੈ, ਗੁਰ ਪ੍ਰਸਾਦੀ ਮਨ ਵਸੈ, ਮਨ ਦੇ ਵਿੱਚ ਵਸ ਜਾਂਦੀ ਹੈ। ਹਉਮੈ ਦੂਰ ਕਰੇ,
ਹਉਮੈ ਜਿਹੜੀ ਹੈਗੀ ਆ ਉਹਦੀ ਦੂਰ ਹੋ ਜਾਂਦੀ ਹੈ। ਇਸ ਤਰੀਕੇ ਦੇ ਨਾਲ ਹਉਮੈ ਇਸ ਤਰ੍ਹਾਂ ਜਾਣੀ ਹੈ। ਇਹ ਮਨ ਧਾਵਤ ਤਾਂ ਰਹਿ ਜਾਂ ਆਪੇ ਨਦਰ ਕਰੇ। ਕਹਿੰਦੇ ਮਨ ਜਿਹੜਾ ਹੈਗਾ ਧਾਵਤ ਦੌੜਦਾ ਹੈ। ਮਨ ਦੀ ਸਪੀਡ ਜਿੰਨੀ ਹੈ, ਕੋਈ ਚੀਜ਼ ਦੀ ਇੰਨੀ ਸਪੀਡ ਨਹੀਂ ਹੈ ਜਿੰਨੀ ਸਪੀਡ ਮਨ ਦੀ ਹੈਗੀ। ਭਾਈ ਪ੍ਰਕਾਸ਼ ਤੋਂ ਵੀ ਤੇਜ਼ ਜਾਂਦਾ ਹੈ ਮਨ। ਇਹ ਮਨ ਧਾਵਤ ਤਾਂ ਰਹਿ ਜਾਂ ਆਪੇ ਨਜ਼ਰ ਕਰੇ। ਜਦੋਂ ਮਾਲਕ ਪਰਮਾਤਮਾ ਮਿਹਰ ਕਰ ਦਿੰਦਾ ਹੈ, ਔਰ ਮਿਹਰ ਮਾਲਕ ਪਰਮਾਤਮਾ ਗੁਰ ਪ੍ਰਸਾਦ ਦੇ ਦੁਆਰਾ ਕਰਦਾ ਹੈ, ਜਿਹੜਾ ਮਿਹਰ ਦਾ ਪਾਤਰ ਹੁੰਦਾ ਹੈ। ਜੇ ਮਿਹਰ ਚਾਹੀਦੀ ਆ, ਭਾਈ ਰੇ ਗੁਰੂ ਕੇ ਹਰ ਨਾਮ ਧਿਆਏ। ਕਹਿੰਦੇ ਭਾਈ, ਇਹ ਮੇਰੇ ਭਰਾ, ਇਹ ਮੇਰੇ ਮਨਾ, ਗੁਰੂ ਦੇ ਰਾਹੀਂ ਪਰਮੇਸ਼ਰ ਦੇ ਨਾਮ ਦਾ ਧਿਆਨ ਕਰ। ਨਾਮ ਦਾ ਧਿਆਨ ਕਰ ਵੀ ਨਾਮ ਪਦਾਰਥ ਲੈਣ ਵਾਸਤੇ ਤੂੰ ਆਇਆ ਹੈ। ਉਸ ਕਾਰਵਾਈ ਦਾ ਧਿਆਨ ਕਰ, ਉਸ ਕੰਮ ਦਾ ਧਿਆਨ ਕਰ। ਨਾਮ ਧਿਆਏ ਦਾ ਮਤਲਬ ਆਇਆ ਭਾਈ, ਸ਼ਬਦ ਦਾ ਅਭਿਆਸ ਕਰ, ਧਿਆਨ ਸਿਮਰਨ ਕਰ। ਇਹ ਹੈ ਇਹਦਾ ਮਤਲਬ ਨਾਮ ਧਿਆਏ ਦਾ। ਭਾਈ ਰੇ ਗੁਰੂ ਕੇ ਨਾਮ ਹਰ ਨਾਮ ਧਿਆਏ। ਨਾਮ ਨਿਧਾਨ ਸਦ ਮਨ ਵਸੈ, ਮਹਿਲੀ ਪਾਵੈ ਥਾਉ। ਕਹਿੰਦੇ ਨਾਮ ਨਿਧਾਨ ਐਸਾ ਖਜ਼ਾਨਾ ਹੈ, ਹਮੇਸ਼ਾ ਵਾਸਤੇ ਮਨ ਦੇ ਵਿੱਚ ਵਸ ਜਾਏਗਾ, ਔਰ ਮਹਿਲ ਪਰਮਾਤਮਾ ਦੇ ਮਹਿਲ ਦੇ ਵਿੱਚ ਐਂਟਰੀ ਹੋ ਜਾਏਗੀ। ਮਹਿਲ ਦੇ ਵਿੱਚ ਜਗ੍ਹਾ ਮਿਲ ਜਾਏਗੀ। ਮਹਿਲੀ ਪਾਵੈ ਥਾਉ ਰਹਾਓ। ਦੇਖ ਲਓ, ਥਾਂ ਲਿਖਿਆ ਹੋਇਆ, ਬਿਲਕੁਲ ਆਪਣੀ ਸੀਟ ਉੱਤੇ ਮੁਕਰਰ ਹੋ ਜਾਏਗੀ। ਨਾਮ ਨਿਧਾਨ ਸਦ ਮਨ ਵਸੈ, ਮਹਿਲੀ ਪਾਵੈ ਥਾਉ ਰਹਾਓ। ਮਨਮੁਖ ਮਨ ਤਨ ਅੰਧ ਹੈ, ਤਿਸ ਨੂੰ ਠੌਰ ਨਾ ਠਾਉ। ਕਹਿੰਦੇ ਮਨ ਦੇ ਪਿੱਛੇ ਚੱਲ ਰਹੇ ਜਿਹੜੇ ਹੈਗੇ ਮਨਮੁਖ ਬਹੁਤ ਸਾਰੇ, ਉਹਨਾਂ ਦਾ ਮਨ ਤੇ ਤਨ ਦੋਨੋਂ ਜਿਹੜੇ ਹੈਗੇ ਹਨੇਰੇ ਦੇ ਵਿੱਚ ਹੈ। ਮਨ ਵੀ ਉਹਨਾਂ ਦਾ ਹਨੇਰੇ 'ਚ ਹੀ ਚੱਲਦਾ ਹੈ, ਤਨ ਵੀ ਜਿਹੜਾ ਹੈਗਾ ਉਹ ਇਹ ਜਿਹੜੀ ਹੈਗੀਆਂ ਕਰਮ ਇੰਦਰੀਆਂ, ਗਿਆਨ ਇੰਦਰੀਆਂ, ਸਾਰੀਆਂ ਹਨੇਰੇ ਦੇ ਵਿੱਚ ਹੀ ਚੱਲਦੀਆਂ ਹੈ ਭਾਈ। ਮਾਇਆ ਵੱਲ ਨੂੰ ਜਿਹੜਾ ਹੈਗਾ, ਜਿਹੜੀ ਚੀਜ਼ ਜਿਹੜੀ ਹੈਗੀ ਨਾਲ ਨਹੀਂ ਜਾਣੀ। ਔਰ ਇਸ ਤਰ੍ਹਾਂ ਜਿਹੜਾ ਹੈਗਾ ਆਪਣੀ ਮਨੁੱਖੀ ਜੂਨ ਸਵਾਸ ਜਿਹੜੇ ਹੈਗੇ ਉਹ ਆਪਾਂ ਗਵਾ ਦਿੰਨੇ। ਮਨਮੁਖ ਮਨ ਤਨ ਅੰਧ ਹੈ, ਤਿਸ ਨੂੰ ਠੌਰ ਨਾ ਠਾਉ। ਕਹਿੰਦੇ ਉਹਨੂੰ ਕੋਈ ਟਿਕਾਣਾ ਨਹੀਂ ਮਿਲਣਾ, ਰੁਕਣਾ ਨਹੀਂ ਹੈ, ਉਹਦੀ ਗਤੀ ਰੁਕਣੀ ਨਹੀਂ ਹੈ। ਜੂਨਾਂ ਦੇ ਵਿੱਚ ਜਾ ਰਿਹਾ, ਔਰ ਨਾ ਹੀ ਮਹਿਲ ਦੇ ਵਿੱਚ ਉਹਨੇ ਥਾਂ ਮਿਲਣਾ ਉਹਨੂੰ। ਫਿਰ ਕੀ ਹੁੰਦਾ ਉਹਨੂੰ? ਬਹੁ ਜੋਨੀ ਪਾਉਂਦਾ ਫਿਰੈ, ਜਿਉਂ ਸੂੰਝੇ ਘਰੇ ਕਾਉ। ਕਹਿੰਦੇ ਜੂਨਾਂ ਦੇ ਵਿੱਚ ਪਾਉਂਦਾ ਹੈ ਭਾਈ, ਕਦੀ ਕਿਸੇ ਜੂਨ 'ਚ, ਕਦੀ ਕਿਸੇ ਜੂਨ 'ਚ। ਬਹੁ ਜੋਨੀ ਪਾਉਂਦਾ ਫਿਰੈ, ਇਸ ਤਰ੍ਹਾਂ ਪਾਉਈ ਜਾ ਰਿਹਾ ਜਿਉਂ ਸੂੰਝੇ ਘਰੇ ਕਾਉ। ਔਰ ਜਿਵੇਂ ਜਿਹੜਾ ਹੈਗਾ ਘਰ ਸੁੰਝਾ ਹੈ, ਕਾਂ ਆ ਗਿਆ ਵਿਚਾਰਾ, ਉਹਨੂੰ ਕੀ ਲੱਭਣਾ ਹੈ ਉੱਥੇ। ਉਵੇਂ ਜਿਹੜਾ ਉਹ ਆਉਂਦਾ ਹੈ ਦੁਨੀਆ ਦੇ ਵਿੱਚ, ਆ ਕੇ ਜਿਹੜਾ ਹੈਗਾ ਫਿਰ ਉੱਡ ਜਾਂਦਾ ਹੈ, ਚਲੇ ਜਾਂਦਾ ਹੈ ਜਨਮ ਗਵਾ ਕੇ। ਕੁਛ ਮਿਲਦਾ ਹੈ ਨੀ ਗਾ, ਪੱਲੇ ਕੁਛ ਨਹੀਂ ਮਿਲਦਾ। ਗੁਰਮਤੀ ਘਟ ਚਾਨਣਾ, ਸ਼ਬਦ ਮਿਲਾ ਹਰ ਨਾਉ। ਲਓ ਆ ਦੇਖੋ ਜੀ, ਬਿਲਕੁਲ ਕਲੀਅਰ ਕੱਟ। ਸ਼ਬਦ ਅਲੱਗ ਹੋ ਗਿਆ, ਨਾਮ ਅਲੱਗ ਹੋ ਗਿਆ। ਗੁਰਮਤੀ ਘਟ ਚਾਨਣਾ, ਸ਼ਬਦੇ ਮਿਲੇ ਹਰ ਨਾਉ। ਕਹਿੰਦੇ ਸ਼ਬਦ ਦੇ ਦੁਆਰਾ ਉਹ ਨਾਮ ਪਦਾਰਥ ਮਿਲਣਾ ਹੈਗਾ, ਸ਼ਬਦ ਦੇ ਦੁਆਰਾ ਮਿਲਣਾ ਹੈਗਾ। ਗੁਰਮਤੀ ਗੁਰੂ ਦੀ ਮੱਤ ਦੇ ਦੁਆਰਾ ਚਾਨਣ ਹੋਣਾ ਹੈ। ਇਹ ਗੁਰੂ ਦੀ ਮੱਤ ਵੀ ਅਲੱਗ ਹੋ ਗਈ, ਸ਼ਬਦ ਵੀ ਅਲੱਗ ਹੋ ਗਿਆ, ਪਰਮੇਸ਼ਰ ਦਾ ਨਾਮ ਵੀ ਅਲੱਗ ਹੋ ਗਿਆ। ਬਹੁਤ ਕਮਾਲ ਹੈ ਜੀ, ਬਹੁਤ ਕਮਾਲ ਹੈ। ਗੁਰਮਤੀ ਘਟ ਚਾਨਣਾ, ਸ਼ਬਦ ਮਿਲੇ ਹਰ ਨਾਉ। ਕਿੰਨਾ ਜਿਹੜਾ ਹੈਗਾ, ਕਿੰਨਾ ਮਹਾਰਾਜ ਜਿਹੜੇ ਹੈਗੇ, ਕਿੰਨਾ ਇਹਦੇ ਵਿੱਚ ਜਿਹੜੇ ਹੈਗੇ ਮੋਤੀ ਹੀਰੇ ਮੋਤੀ, ਕਿੰਨਾ ਆਪਾਂ ਨੂੰ ਡਾਇਰੈਕਸ਼ਨ ਹੈਗੀ ਆ। ਆਪਾਂ ਜਿਹੜੇ ਹੈਗੇ ਵਿਚਾਰਦੇ ਨਹੀਂ ਆ। ਤੇ ਬਾਣੀ ਦਾ ਹੁਣ ਪਾਠ ਕਰਕੇ ਲੰਘ ਜਾਵਾਂਗੇ, ਕੀ ਪਤਾ ਲੱਗੇਗਾ। ਮਨਮੁਖ ਮਨ ਤਨ ਅੰਧ ਹੈ, ਤਿਸ ਨੂੰ ਠੌਰ ਨਾ ਠਾਉ। ਇਹ ਤੇ ਲਿਮਿਟਿਡ ਥੋੜੀ ਨਾ ਹੈਗਾ ਵੀ ਇੰਨੀ ਦੇਰ 'ਚ ਅਸੀਂ ਪਾਠ ਕਰਨਾ ਹੈ ਜੀ। ਇਹ ਸਾਡਾ ਜਿਹੜਾ ਹੈਗਾ ਇਹ ਹੋ ਗਿਆ ਕੰਮ ਜਿਹੜਾ ਹੈਗਾ, ਇਹ ਆਪਾਂ ਨੇ ਕਰ ਲਈ ਭਗਤੀ। ਨਾ ਬਈ ਨਾ, ਇਹਦੇ ਤੇ ਖੁੱਭ ਜਾਓ ਬਾਣੀ ਦੇ ਉੱਤੇ। ਮਨਮੁਖ ਮਨ ਤਨ ਅੰਧ ਹੈ, ਤਿਸ ਨੂੰ ਠੌਰ ਨਾ ਠਾਉ। ਬਹੁ ਜੋਨੀ ਪਾਉਂਦਾ ਫਿਰੈ, ਜਿਉਂ ਸੂੰਝੇ ਘਰ ਕਾਉ। ਗੁਰਮਤੀ ਘਟ ਚਾਨਣਾ, ਸ਼ਬਦ ਮਿਲੈ ਹਰ ਨਾਉ।
ਸ਼ਬਦ ਦੇ ਦੁਆਰਾ ਨਾਮ ਮਿਲਣਾ ਹੈ ਭਾਈ। ਸ਼ਬਦ ਅਭਿਆਸ ਦੇ ਦੁਆਰਾ ਨਾਮ ਮਿਲਣਾ ਹੈ, ਧਿਆਨ ਸਿਮਰਨ ਦੇ ਦੁਆਰਾ ਨਾਮ ਮਿਲਣਾ ਹੈ। ਬਾਕੀ ਨਹੀਂ ਇਸ ਪਾਸੇ ਲੱਗਦੇ ਤੇ ਉਹਨਾਂ ਦਾ ਫਿਰ ਅੱਗੇ ਆ ਜਾਂਦਾ ਤ੍ਰੈ ਗੁਣ ਵਿਖਿਆ ਅੰਧ ਹੈ। ਕਹਿੰਦੇ ਹਨੇਰਾ ਹੈਗਾ ਭਾਈ, 3 ਗੁਣ ਮਾਇਆ ਦੇ ਵਿੱਚ ਹੀ ਪਾਵਾਂਗੇ, ਔਰ ਇਹ ਵਿਖਿਆ ਹੈਗੀ, ਜ਼ਹਿਰ ਹੈਗੀ ਭਾਈ। ਕਿਉਂਕਿ ਜ਼ਹਿਰ ਜਿਹੜੀ ਹੈ ਇਹਨੇ ਆਪਾਂ ਨੂੰ ਮਾਰ ਦੇਣਾ, ਆਤਮਿਕ ਰੂਪ ਚ ਮਾਰ ਦੇਣਾ ਹੈ ਆਪਾਂ ਨੂੰ, ਆਤਮਿਕ ਯਾਤਰਾ ਬਿਲਕੁਲ ਖਤਮ ਕਰ ਦੇਣੀ ਹੈ ਇਹਨੇ। ਇਸ ਕਰਕੇ ਵਿਖਿਆ ਕਹਿੰਦੇ ਇਹਨੂੰ। ਤ੍ਰੈ ਇੱਕ ਸੈਕਿੰਡ ਜੀ। ਤ੍ਰੈ ਗੁਣ ਵਿਖਿਆ ਅੰਧ ਹੈ। ਕਹਿੰਦੇ ਇਹ ਤਾਂ ਹਨੇਰਾ ਹੈ ਪਾਇਆ ਹੋਇਆ ਮਾਲਕ ਪਰਮਾਤਮਾ ਨੇ, ਇਹ ਵਿਸ਼ੇ ਵਿਕਾਰਾਂ ਦਾ, ਤ੍ਰੈ ਗੁਣਾਂ ਦਾ, ਤਮੋ ਰਜੋ ਸਤੋ। ਤ੍ਰੈ ਗੁਣ ਵਿਖਿਆ ਅੰਧ ਹੈ, ਮਾਇਆ ਮੋਹ ਗੁਬਾਰ। ਕਹਿੰਦੇ ਇਹ ਤਾਂ ਮਾਇਆ ਹੈ ਪਰਮਾਤਮਾ ਦੀ, ਧੋਖਾ, ਟਰੈਪ ਹੈਗਾ ਅਟੈਚਮੈਂਟ ਦਾ। ਇਹਨਾਂ 3 ਗੁਣਾਂ ਦੇ ਵਿੱਚ ਪਦਾਰਥਾਂ ਦੀ ਅਟੈਚਮੈਂਟ, ਆਕਾਰ ਦੀ ਅਟੈਚਮੈਂਟ। ਤ੍ਰੈ ਗੁਣ ਵਿਖਿਆ ਅੰਧ ਹੈ, ਮਾਇਆ ਮੋਹ ਗੁਬਾਰ। ਕਹਿੰਦੇ ਇੰਨਾ ਗੁਬਾਰ ਚੜਿਆ ਹੋਇਆ, ਕੁਛ ਵੀ ਨਹੀਂ ਦਿਸਦਾ ਇਨਸਾਨ ਨੂੰ, ਹਨੇਰੇ ਚ ਹੁੰਦਾ, ਅੰਨਾ ਹੋ ਜਾਂਦਾ ਇਨਸਾਨ, ਬਈ ਕਿੱਧਰ ਨੂੰ ਜਾਣਾ ਹੈ, ਭੂਲ ਭੁਲਈਆ ਦੇ ਵਿੱਚ। ਤ੍ਰੈ ਗੁਣ ਵਿਖਿਆ, ਇਹਨਾਂ 3 ਗੁਣਾਂ ਦੇ ਵਿੱਚ ਇਨਸਾਨ ਜਿਹੜਾ ਹੈਗਾ ਆਪਣੇ ਜੀਵਨ ਦੀ ਗੱਡੀ ਘੁਮਾਈ ਫਿਰਦਾ। ਤ੍ਰੈ ਗੁਣ ਵਿਖਿਆ ਅੰਧ ਹੈ, ਮਾਇਆ ਮੋਹ ਗੁਬਾਰ। ਲੋਭੀ ਅੰਨ ਕੋ ਸੇਵੰਦੇ, ਪੜ ਵੇਦਾਂ ਕਰੇ ਪੁਕਾਰ। ਕਹਿੰਦੇ ਲੋਭੀ ਕੀ ਕਰਦੇ ਆ? ਲੋਭੀ ਇਹ ਮਾਇਆ ਦੇ ਲੋਭ ਦੇ ਵਿੱਚ, ਮਾਇਆ ਦੇ ਮੋਹ ਦੇ ਵਿੱਚ ਅੰਨ ਕੋ ਸੇਵਦੇ। ਕਹਿੰਦੇ ਇਸ ਮਾਇਆ ਨੂੰ ਸੇਵਦੇ ਆ, ਪਰਮੇਸ਼ਰ ਦੀ ਸੇਵਾ ਨਹੀਂ ਕਰਦੇ। ਔਰ ਲੋਭੀ ਅੰਨ ਕੋ ਸੇਵਦੇ, ਪੜ ਵੇਦਾਂ ਕਰੇ ਪੁਕਾਰ। ਔਰ ਉੱਚੀ ਉੱਚੀ ਜਿਹੜੇ ਹੈਗੇ ਆ ਗਿਆਨ ਨੂੰ ਪੜ੍ਹਦੇ ਆ। ਆਪਾਂ ਵੀ ਬਿਲਕੁਲ ਇਕੱਲਾ ਵੇਦ ਥੋੜੀ ਨਾ ਲਿਖਿਆ ਹੋਇਆ ਇੱਥੇ, ਵੇਦਾਂ ਦਾ ਇਕੱਲਾ ਬੇਬੀ ਇਹ ਹਿੰਦੂ ਜਿਹੜੇ ਹੈਗੇ 4 ਵੇਦ ਨੇ, ਇਹਨਾਂ ਦਾ ਹੀ, ਇਹਨਾਂ ਨੂੰ ਪੜ੍ਹ ਕੇ ਪੁਕਾਰ ਕਰਦੇ ਨਾ ਬਈ ਨਾ। ਸਾਰੀ ਦੁਨੀਆ ਜਿਹੜੀ ਹੈਗੀ ਇਸੇ ਨੂੰ ਸਮਝਦੀ ਹੈ ਭਗਤੀ। ਲੋਭੀ ਅੰਨ ਕੋ ਸੇਵਦੇ, ਪੜ ਵੇਦਾਂ ਕਰੇ ਪੁਕਾਰ। ਦੂਸਰਿਆਂ ਨੂੰ ਜਿਹੜਾ ਹੈਗਾ, ਦੂਸਰਿਆਂ ਨੂੰ ਵੀ ਆਹੀ ਪੁਕਾਰ, ਆਹੀ ਦੂਸਰਿਆਂ ਨੂੰ ਆਪਾਂ ਜਿਹੜੇ ਹੈਗੇ ਗਿਆਨ ਦਿੰਦੇ ਆ। ਲੋਭੀ ਅੰਨ ਕੋ ਸੇਵਦੇ, ਪੜ ਵੇਦਾਂ ਕਰੇ ਪੁਕਾਰ। ਵਿਖਿਆ ਅੰਦਰ ਪਚ ਮੂਏ, ਨਾ ਉਰਵਾਰ ਨਾ ਪਾਰ। ਕਹਿੰਦੇ ਤਾਂ ਭਾਈ ਫਿਰ ਇਹ ਜਿਹੜੀ ਵਿਖਿਆ ਹੈਗੀ ਆ, ਜਿਹੜੀ ਤ੍ਰੈ ਗੁਣ ਵਿਖਿਆ ਅੰਧ ਹੈ ਜਿਹੜੀ ਭਾਈ, ਇਹਦੇ ਵਿੱਚ ਹੀ ਪਚ ਕੇ ਮਰ ਜਾਂਦੇ ਆ ਭਾਈ। ਪਚ ਮੂਏ, ਪਚ ਕੇ ਦੁਖੀ ਹੋ ਕੇ, ਪਚ ਕੇ ਮਰਨਾ ਜਿਹੜਾ ਹੈ ਨਾ, ਬਹੁਤ ਦੁਖੀ ਹੋ ਕੇ ਮਰਨਾ। ਮਨੁੱਖ ਜੂਨ ਮਿਲੀ ਸੀਗੀ ਉਹਨੂੰ ਇਸ ਤਰੀਕੇ ਦੇ ਨਾਲ ਵੀ ਦੁੱਖ ਦੇ ਵਿੱਚ ਹੀ ਗਵਾ ਦਿੱਤੀ। ਕਹਿੰਦੇ ਨਾ ਉਰਵਾਰ ਨਾ ਪਾਰ, ਉਰਵਾਰ ਵੀ ਗਿਆ ਤੇ ਪਰਲੇ ਬੰਨੇ ਤਾਂ ਪਹੁੰਚਿਆ ਹੀ ਨਹੀਂ ਮਾਲਕ ਪਰਮਾਤਮਾ ਦੇ ਮਹਿਲ ਦੇ ਵਿੱਚ। ਵਿਚਾਲੇ ਜਿਹੜਾ ਹੈਗਾ 84 ਲੱਖ ਚੂਨਾ ਜਿਹੜੀਆਂ ਸੰਸਾਰ ਸਮੁੰਦਰ ਜਿਹੜਾ ਹੈਗਾ ਉਹਦੇ ਵਿੱਚ ਹੀ ਗੋਤੇ ਖਾਣ ਲੱਗ ਪਿਆ। ਮਾਇਆ ਮੋਹ ਵਿਸਾਰਿਆ, ਜਗਤ ਪਿਤਾ ਪ੍ਰਤਿਪਾਲ। ਉਹ ਕਹਿੰਦੇ ਮਾਇਆ ਦਾ ਐਸਾ ਮੋਹ ਹੈਗਾ, ਇੰਨਾ ਜਿਹੜਾ ਤ੍ਰੈ ਗੁਣਾ ਦਾ ਮੋਹ ਹੈਗਾ। ਕਹਿੰਦੇ ਮਾਲਕ ਪਰਮਾਤਮਾ ਜਿਹੜਾ ਸਾਰੇ ਸੰਸਾਰ ਨੂੰ ਪਾਲ ਰਿਹਾ ਆ, ਔਰ ਬੋਲ ਵੀ ਨਹੀਂ ਰਿਹਾ, ਦੱਸ ਵੀ ਨਹੀਂ ਰਿਹਾ, ਸਾਰਾ ਕੁਝ ਦੇ ਰਿਹਾ ਆ ਔਰ ਦੇ ਕੇ ਜਤਾ ਵੀ ਨਹੀਂ ਰਿਹਾ। ਮਾਇਆ ਮੋਹ ਵਿਸਾਰਿਆ, ਦੇਖ ਲਓ ਮਾਲਕ ਪਰਮਾਤਮਾ ਸਵਾਸ ਦੇ ਰਿਹਾ, ਖਾਣ ਨੂੰ ਦੇ ਰਿਹਾ, ਹੋਰ ਸਾਰੇ ਪਦਾਰਥ ਦੇ ਰਿਹਾ, ਸਾਰੇ ਭੋਗ ਵਿਲਾਸ, ਸਾਰਾ ਕੁਝ ਆਪਾਂ ਮਾਲਕ ਪਰਮਾਤਮਾ ਤੋਂ ਲੈ ਰਹੇ। ਪਰ ਐਸਾ ਹੈ ਮਾਇਆ ਦਾ ਮੋਹ ਕਿ ਉਹ ਪਿਤਾ ਨੂੰ ਹੀ ਭੁਲਾ ਦਿੱਤਾ ਜਿਹੜਾ ਪਾਲਣ ਪੋਸ਼ਣ ਕਰ ਰਿਹਾ ਹੈ। ਐਸਾ ਜਿਹੜਾ ਹੈਗਾ ਵਾਈਟ ਬਲੱਡ ਹੋ ਗਿਆ ਬੱਚਾ। ਮਾਇਆ ਮੋਹ ਵਿਸਾਰਿਆ, ਜਗਤ ਪਿਤਾ ਪ੍ਰਤਿਪਾਲ। ਬਾਜੋ ਗੁਰੂ ਅਚੇਤ ਹੈ, ਸਭ ਬੱਦੀ ਜਮਕਾਰ। ਕਿਉਂਕਿ ਗਿਆਨ ਨਹੀਂ ਹੈ, ਕਹਿੰਦੇ ਗੁਰੂ ਦਾ ਗਿਆਨ ਹੈ ਨਹੀਂਗਾ। ਬਾਜੋ ਗੁਰੂ ਅਚੇਤ ਹੈ, ਕਹਿੰਦੇ ਅਚੇਤ ਹੈ, ਚੇਤਨਤਾ ਹੀ ਨਹੀਂ ਹੈ ਇਹਦੇ ਅੰਦਰ। ਫਿਰ ਇਹਨਾਂ ਦਾ ਕੀ ਹੋਊਗਾ? ਕਹਿੰਦੇ ਸਭ ਬੱਦੀ ਜਮਕਾਲ ਦੇ ਸਾਰੇ ਬੰਨੇ ਹੋਏ, ਸਾਰਿਆਂ ਨੂੰ ਜੂਨਾਂ ਚ ਪੁਆਈ ਜਾਣਾ ਉਹਨੇ। ਨਾਨਕ ਗੁਰਮਤਿ ਉਬਰੇ, ਸੱਚਾ ਨਾਮ ਸਮਾਲ। ਕਹਿੰਦੇ ਗੁਰੂ ਦੀ ਮੱਤ ਲੈ ਕੇ ਉੱਭਰ ਸਕਦੇ ਆ ਜੇ ਕੋਈ ਸੱਚੇ ਨਾਮ ਨੂੰ ਸੰਭਾਲ ਲਏਗਾ। ਹੁਣ ਇੱਥੇ ਸੰਭਾਲ ਲਿਖਤਾ,
ਸੱਚੇ ਨਾਮ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ ਭਾਈ, ਕਿੱਥੇ ਪਿਆ ਹੈ, ਮੈਂ ਇਕੱਠਾ ਕਰ ਲਵਾਂ। ਸੱਚੇ ਨਾਮ ਦੇ ਵਾਸਤੇ ਜਿਹੜਾ ਹੈਗਾ ਆਪਾਂ ਨੇ ਸਵਾਸ ਲਾਉਣੇ ਸ਼ੁਰੂ ਕਰ ਦੇਣੇ ਆ, ਧਿਆਨ ਸਿਮਰਨ ਸ਼ੁਰੂ ਕਰ ਦੇਣਾ, ਸ਼ਬਦ ਅਭਿਆਸ ਸ਼ੁਰੂ ਕਰ ਦੇਣਾ। ਆਇਆ ਸੱਚੇ ਨਾਮ ਨੂੰ ਸੰਭਾਲਣਾ। ਸ੍ਰੀ ਰਾਗ ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖਿ ਚੌਥਾ ਪਦ ਪਾਏ। ਕਹਿੰਦੇ ਤਿੰਨ ਗੁਣ ਜਿਹੜੇ ਹੈਗੇ ਮਾਇਆ ਦੇ ਮੋਹ ਦੇ ਵਿੱਚ ਆ ਭਾਈਓ। ਮਾਇਆ ਦੇ ਮੋਹ ਦੇ ਵਿੱਚ ਹੈਗੇ ਤਿੰਨ ਗੁਣ। ਈਵਨ ਜਿਹੜਾ ਹੈਗਾ ਸਤੋ ਗੁਣ ਵੀ ਮਾਇਆ ਦੇ ਵਿੱਚ ਹੀ ਹੈਗਾ। ਇਨਸਾਨ ਦੂਸਰਿਆਂ ਦੀ ਸੇਵਾ, ਚੰਗੇ ਕਰਮ ਕਰਦਾ ਹੈ, ਵਧੀਆ ਹੈਗਾ। ਇਹਦੇ ਨਾਲ ਹੀ ਜਿਹੜਾ ਹੈਗਾ, ਜੇ ਚੰਗੇ ਗੁਣ ਹੋਣਗੇ ਇਨਸਾਨ ਦੇ ਅੰਦਰ ਤਾਂ ਹੀ ਜਿਹੜਾ ਹੈਗਾ ਨਾਮ ਵੀ ਪਰਿਫੁੱਲਿਤ ਹੁੰਦਾ ਹੈ ਭਾਈ। ਪਰ ਜਦ ਤੱਕ ਚੌਥੇ ਪਦ ਚ ਨਹੀਂ ਆਉਂਦੇ, ਚੌਥਾ ਗੁਣ ਨਹੀਂ ਲੈਂਦੇ ਗੁਰੂ ਕੋਲੋਂ, ਜਿਹੜਾ ਹੈਗਾ ਉਹ ਹੈਗਾ ਧਿਆਨ ਸਿਮਰਨ। ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖਿ ਚੌਥਾ ਪਦ ਪਾਏ। ਗੁਰੂ ਤੋਂ ਚੌਥਾ ਪਦ ਪ੍ਰਾਪਤ ਹੁੰਦਾ ਹੈ। ਕਰ ਕਿਰਪਾ ਮਿਲਾਇਨ, ਹਰ ਨਾਮ ਵਸਿਆ ਮਨ ਆਏ। ਕਹਿੰਦੇ ਕਿਰਪਾ ਕਰ ਦਿੱਤੀ, ਮਿਲਾ ਦਿੱਤਾ ਇਹ ਚੌਥੇ ਪਦ ਦੇ ਵਾਸਤੇ, ਔਰ ਫਾਈਨਲੀ ਮਾਲਕ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ, ਔਰ ਨਾਮ ਮਨ ਦੇ ਵਿੱਚ ਵਸ ਜਾਂਦਾ ਹੈ। ਕਰ ਕਿਰਪਾ ਮਿਲਾਇਨ, ਹਰ ਨਾਮ ਵਸਿਆ ਮਨ ਆਏ। ਪੋਤੈ ਜਿਨ ਕੈ ਪੁੰਨ ਹੈ, ਤਿਨ ਸਤ ਸੰਗਤ ਮਿਲਾਏ। ਇਹ ਜਿਹੜਾ ਗੁਰਮੁਖ ਚੌਥਾ ਪਦ ਪਾਏ ਔਰ ਗੁਰੂ ਮਿਲਾਉਂਦਾ ਹੈ ਪਰਮਾਤਮਾ ਦੇ ਨਾਲ, ਨਾਮ ਮਨ ਦੇ ਵਿੱਚ ਵਸਦਾ ਹੈ। ਕਿੰਨਾ ਦੇ ਵਸਦਾ ਹੈ, ਕਿੰਨਾ ਨੂੰ ਮਿਲਾਉਂਦਾ ਹੈ? ਕਹਿੰਦੇ ਜਿਨ੍ਹਾਂ ਦੇ ਪੋਤੇ ਦੇ ਵਿੱਚ ਪੁੰਨ ਹੈਗੇ, ਜਿਹੜੇ ਹੈਗੇ ਸਤੋਗੁਣੀ ਹੈਗੇ, ਜਿਨ੍ਹਾਂ ਦੇ ਕੋਲ ਗੁਣ ਹੈਗੇ, ਜਿਹੜੇ ਪੁੰਨ ਕਰਦੇ, ਜਿਹੜੇ ਥੋੜੇ ਪੁੰਨ ਹੈਗੇ ਜਿਨ੍ਹਾਂ ਦੇ ਕੋਲ, ਜਿਨ੍ਹਾਂ ਦੀ ਥੈਲੀ ਦੇ ਵਿੱਚ ਪੁੰਨ ਹੈਗੇ ਆ। ਪੋਤੇ ਜਿਨ ਕੇ ਪੁੰਨ ਹੈ, ਤਿੰਨ ਸਤ ਸੰਗਤ ਮਿਲਾਏ। ਉਹਨਾਂ ਨੂੰ ਹੀ ਗੁਰੂ ਸੱਚੀ ਸੰਗਤ ਜਿਹੜੀ ਹੈ ਮਿਲਦੀ ਹੈ, ਗੁਰੂ ਦੀ ਮੱਤ ਮਿਲਦੀ ਹੈ, ਗੁਰੂ ਦਾ ਦੁਆਰਾ ਲੱਭਦਾ ਹੈ। ਪੋਤੇ ਜਿਨ ਕੈ ਪੁੰਨ ਹੈ, ਤਿੰਨ ਸਤ ਸੰਗਤ ਮਿਲਾਏ। ਇਹ ਨੁਕਤੇ ਜਿਹੜੇ ਆ ਨਾ, ਇਹ ਤਾਂ ਲਾਈਨਾਂ ਜਿਹੜੀਆਂ ਮੜਨ ਵਾਲੀਆਂ ਹੈਗੀਆਂ, ਇਹਨਾਂ ਨੂੰ ਆਪਾਂ ਅੰਦਰ ਮੜ ਲਈਏ। ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖਿ ਚੌਥਾ ਪਦ ਪਾਏ। ਕਰ ਕਿਰਪਾ ਮਿਲਾਇਨ, ਹਰ ਨਾਮ ਵਸਿਆ ਮਨ ਆਏ। ਪੋਤੇ ਜਿਨ ਕੇ ਪੁੰਨ ਹੈ, ਤਿੰਨ ਸਤ ਸੰਗਤ ਮਿਲਾਏ। ਭਾਈ ਰੇ ਗੁਰਮਤਿ ਸਾਚ ਰਹਾਓ। ਇੱਥੇ ਰਹਾਓ ਜਿਹੜਾ ਹੈਗਾ, ਦੇਖੋ ਇਹ ਰਹਾਓ ਉਹ ਰਹਾਓ ਨਹੀਂ ਹੈਗਾ ਬਈ ਰੁਕ ਜਾਓ ਇੱਥੇ, ਇਹ ਰਿਹਾ ਹੋਇਆ ਹੈਗਾ ਘਰ ਦੀ ਬਣਤਰ ਤੋਂ। ਇਹ ਰਹਾਓ ਜਿਹੜਾ ਹੈਗਾ, ਇਹ ਸ਼ਬਦ ਦਾ ਹੀ ਜਿਹੜਾ ਹੈਗਾ ਲਾਈਨ ਦੇ ਵਿੱਚ ਹੀ ਹੈਗਾ। ਕਹਿੰਦੇ ਮਨ ਨੇ ਟਿਕਣਾ ਹੈਗਾ, ਸਾਚ ਰਹਾਓ, ਸੱਚ ਦੇ ਵਿੱਚ ਸਮਾਈ ਹੋਣੀ ਆ, ਧਿਆਨ ਲੱਗ ਜਾਣਾ ਆ ਗੁਰੂ ਦੀ ਮੱਤ ਦੇ ਦੁਆਰਾ। ਗੁਰਮਤਿ, ਇਹ ਮੇਰੇ ਭਰਾ, ਇਹ ਮੇਰੇ ਮਨਾ, ਗੁਰੂ ਦੇ ਰਾਹੀਂ ਨਾਮ ਅਭਿਆਸ ਕਰ ਤੇ ਟਿਕ ਜਾ, ਉੱਥੇ ਟਿਕ ਜਾ ਸੱਚ ਦੇ ਵਿੱਚ, ਉਹ ਸੱਚ ਦੇ ਵਿੱਚ ਪਰਮੇਸ਼ਰ ਦੀ ਯਾਦ ਦੇ ਵਿੱਚ ਟਿਕ ਜਾ। ਭਾਈ ਰੇ ਗੁਰਮਤਿ ਸਾਚ ਰਹਾਓ, ਸਾਚੋ ਸਾਚ ਕਮਾਵਣਾ, ਸਾਚੈ ਸ਼ਬਦੇ ਮਿਲਾਓ। ਕਹਿੰਦੇ ਸੱਚੋ ਸੱਚ, ਆਹੀ ਸੱਚ ਦੀ ਕਮਾਈ ਹੈਗੀ, ਕਮਾਈ ਕਰਨੀ ਪੈਣੀ ਹੈ, ਸਵਾਸ ਦੇਣੇ ਪੈਣੇ ਆ, ਔਰ ਸਾਚੇ ਸ਼ਬਦੇ ਮਿਲਾਓ, ਸੱਚੇ ਸ਼ਬਦ ਦੇ ਦੁਆਰਾ ਹੀ ਜਿਹੜਾ ਹੈਗਾ ਮਿਲਾਪ ਹੋਣਾ ਆ। ਰਹਾਓ, ਜਿਨੀ ਨਾਮ ਪਛਾਣਿਆ, ਤਿੰਨ ਵਿਟੋਂ ਵੱਲ ਜਾਓ। ਕਹਿੰਦੇ ਜਿਨ੍ਹਾਂ ਨੇ ਨਾਮ ਨੂੰ ਪਛਾਣ ਲਿਆ, ਜਿਨ੍ਹਾਂ ਨੂੰ ਪਤਾ ਲੱਗ ਗਿਆ ਬਈ ਕੰਮ ਤਾਂ ਆ ਹੈਗਾ ਕਰਨ ਵਾਲਾ, ਮੈਨੂੰ ਤਾਂ ਜਿਹੜਾ ਹੈਗਾ ਨਾਮ ਦੀ ਪ੍ਰਾਪਤੀ ਕਰਨੀ ਆ, ਮੈਨੂੰ ਤਾਂ ਇਸ ਪਾਸੇ ਜਿਹੜਾ ਹੈਗਾ ਆਪਣੀ ਆ ਯਾਤਰਾ ਕਰਨ ਵਾਲੀ ਆ ਮਾਲਕ ਪਰਮਾਤਮਾ ਦਾ ਹੁਕਮ। ਜਿਨ੍ਹਾਂ ਨੇ ਇਸ ਗੱਲ ਨੂੰ ਪਛਾਣ ਲਿਆ, ਨਾਮ ਵਾਲੇ ਰਸਤੇ ਤੇ ਚੱਲ ਪਏ, ਕਹਿੰਦੇ ਮੈਂ ਤਾਂ ਉਹਨਾਂ ਤੋਂ ਬਲਿਹਾਰ ਜਾਣਾ ਹੈ, ਬਲਿਹਾਰ ਜਾਣਾ ਹੈ ਮੈਂ ਉਹਨਾਂ ਤੋਂ। ਤੀਸਰੀ ਪਾਤਸ਼ਾਹੀ ਕਹਿ ਰਹੀ ਹੈ, ਜਿਨੀ ਨਾਮ ਪਛਾਣਿਆ, ਪਛਾਣ ਲਿਆ ਨਾਮ। ਬਾਕੀਆਂ ਨੂੰ ਤਾਂ ਕਦਰ ਹੀ ਨਹੀਂ ਹੈ, ਪਤਾ ਹੀ ਨਹੀਂ ਹੈਗਾ। ਇਹ ਸੌਦਾ ਜਿਹੜਾ ਹੈਗਾ, ਇਸ ਨੂੰ ਲੈਣ ਵਾਸਤੇ ਕੋਈ ਜਾਂਦਾ ਹੀ ਨਹੀਂ, ਕੋਈ ਗਾਹਕ ਹੀ ਨਹੀਂ ਹੁੰਦਾ। ਜਿਨੀ ਨਾਮ ਪਛਾਣਿਆ, ਤਿੰਨ ਵਿਟੋਂ ਵੱਲ ਜਾਓ, ਆਪ ਛੋੜ ਚਰਨੀ ਲਗਾ, ਚੱਲਾਂ ਤਿੰਨ ਕੇ ਭਾਏ। ਕਹਿੰਦੇ ਮੈਂ ਆਪਣੀ, ਕਿਉਂਕਿ ਜਿਨ੍ਹਾਂ ਨੇ ਪਛਾਣ ਲਿਆ, ਜਿਹੜੇ ਇਸ ਪਾਸੇ ਧਿਆਨ ਸਿਮਰਨ ਵਾਲਾ ਹੋ ਗਏ, ਕਹਿੰਦੇ ਮੈਂ ਆਪਣੀ ਹਉਮੈ ਛੱਡ ਕੇ ਉਹਨਾਂ ਦੇ ਪੈਰ ਫੜਾਂ, ਜਾ ਕੇ ਉਹਨਾਂ ਦੇ ਅਨੁਸਾਰ ਚੱਲਾਂ। ਵੀ ਜਿਹੜੇ ਇਸ ਪਾਸੇ ਨਾਮ ਦੇ ਵੱਲ ਨੂੰ ਕਿਵੇਂ ਚੱਲ ਰਹੇ, ਮੈਂ ਵੀ
ਸਿੱਖਾਂ, ਮੈਂ ਵੀ ਲਵਾਂ ਉਹਨਾਂ ਤੋਂ ਇਹ ਗੁਣ। ਆਪ ਛੋੜ ਚਰਣੀ ਲਗਾ, ਚੱਲਾਂ ਤਿਨ ਕੇ ਭਾਏ, ਲਾਹਾ ਹਰ ਹਰ ਨਾਮ ਮਿਲੈ, ਸਹਿਜੇ ਨਾਮ ਸਮਾਏ। ਕਹਿੰਦੇ ਲਾਹਾ ਇਹ ਪਰਮੇਸ਼ਰ ਦਾ ਨਾਮ, ਇਹੀ ਲਾਹਾ ਹੈਗਾ ਪਾਏ, ਇਹਦੇ ਨਾਲ ਹੀ ਨਾਮ ਦੀ ਪ੍ਰਾਪਤੀ ਹੋਣੀ ਹੈ, ਨਾਮ ਵਸਤੂ ਮਿਲਣੀ ਹੈ, ਨਾਮ ਪਦਾਰਥ ਮਿਲਣਾ ਹੈ। ਸਹਿਜੇ ਨਾਮ ਸਮਾਏ, ਸਹਿਜ ਦੇ ਵਿੱਚ, ਨਾਮ ਦੇ ਵਿੱਚ ਸਮਾਈ ਹੋ ਜਾਣੀ ਹੈ, ਸਹਿਜ ਸਹਿਜ। ਬਿਨ ਗੁਰ ਮਹਿਲ ਨਾ ਪਾਈਏ, ਨਾਮ ਨਾ ਪ੍ਰਾਪਤ ਹੋਏ। ਦੇਖ ਲਓ ਭਾਈ, ਮਹਿਲ ਅਲੱਗ ਆ, ਨਾਮ ਦੀ ਪ੍ਰਾਪਤੀ ਅਲੱਗ ਆ। ਦੋ ਹੋ ਗਈਆਂ, ਇੱਕ ਨਾਮ ਪਦਾਰਥ, ਇੱਕ ਮਹਿਲ। ਬਿਨ ਗੁਰ ਮਹਿਲ ਨਾ ਪਾਈਏ, ਕਹਿੰਦੇ ਨਾ ਤਾਂ ਮਹਿਲ ਹੁਣ ਮਿਲਣਾ ਹੈ ਤੇ ਨਾ ਹੀ ਨਾਮ ਦੀ ਪ੍ਰਾਪਤੀ ਹੋਣੀ ਹੈ। ਆਸ਼ਿਕ ਵਾਸਤੇ ਆਪਾਂ ਆਏ ਹਾਂ ਦੁਨੀਆ 'ਚ, ਨਾਮ ਦੀ ਪ੍ਰਾਪਤੀ ਕਰਨੀ ਹੈ। ਜਿਨ੍ਹਾਂ ਨੇ ਨਾਮ ਦੀ ਪ੍ਰਾਪਤੀ, ਉਹਨਾਂ ਨੂੰ ਮਹਿਲ ਦੇ ਵਿੱਚ ਪਰਮਾਤਮਾ ਦਾ ਮਹਿਲ ਲੱਭ ਜਾਣਾ ਹੈ, ਔਰ ਗੁਰੂ ਤੋਂ ਬਗੈਰ ਇਹ ਗੱਲ ਹੋਣੀ ਨਹੀਂ ਹੈ। ਬਿਨ ਗੁਰ ਮਹਿਲ ਨਾ ਪਾਈਏ, ਦੇਖੋ ਮਹਿਲ ਨੂੰ ਵੀ ਔਂਕੜ ਲੱਗੀ ਹੋਈ ਹੈ, ਨਾਮ ਨੂੰ ਵੀ ਔਂਕੜ ਲੱਗੀ ਹੋਈ ਹੈ। ਬਿਨ ਗੁਰ ਮਹਿਲ ਨਾ ਪਾਈਏ, ਨਾਮ ਨਾ ਪਾਏ, ਨਾਮ ਨਾ ਪ੍ਰਾਪਤ ਹੋਏ। ਐਸਾ ਸਤਿਗੁਰ ਲੋੜ ਲਹੋ, ਜਿਦੋਂ ਪਾਈਏ ਸੱਚ ਸੋਏ। ਹੁਣ ਇੱਥੋਂ ਦੇਖੋ, ਸਤਿਗੁਰ ਦੇ ਰਾਰੇ ਨੂੰ ਔਂਕੜ ਲੱਗੀ ਹੋਈ ਹੈ, ਸਤਿਗੁਰੂ ਦੇ ਦੁਆਰਾ ਤਾਂ ਨਹੀਂ ਹੈ ਸਿਆਰੀ, ਕਹਿੰਦੇ ਔਂਕੜ ਹੈ। ਐਸਾ ਸਤਿਗੁਰ, ਕਹਿੰਦੇ ਐਸਾ ਸਤਿਗੁਰੂ ਲੱਭ ਲਓ ਭਾਈ, ਗਾਈਡ ਲੱਭ ਲਓ, ਗਿਆਨ ਲੱਭ ਲਓ, ਜਿਦੋਂ ਪਾਈਏ ਸੱਚ ਸੋਏ, ਜਿਹਦੇ ਨਾਲ ਆ ਸੱਚ ਪ੍ਰਾਪਤ ਹੋ ਜਾਏ, ਪਰਮਾਤਮਾ ਦਾ ਮਹਿਲ ਮਿਲ ਜਾਏ, ਨਾਮ ਦੀ ਪ੍ਰਾਪਤੀ। ਨਾਮ ਸੱਚ ਹੈਗਾ ਔਰ ਪਰਮਾਤਮਾ ਸੱਚ ਹੈਗਾ। ਐਸਾ ਸਤਿਗੁਰ ਲੋੜ ਲਓ, ਜਿਦੋਂ ਪਾਈਏ ਸੱਚ ਸੋਏ। ਲੋੜ ਲਓ ਮਤਲਬ ਲੱਭ ਲਓ, ਸਤਿਗੁਰੂ ਦੀ ਭਾਲ ਕਰਨੀ ਪੈਣੀ ਹੈ, ਸਤਿਗੁਰੂ ਦੀ ਡਿਮਾਂਡ ਕਰਨੀ ਪੈਣੀ ਹੈ ਆਪਾਂ ਨੂੰ। ਐਸਾ ਸਤਿਗੁਰ ਲੋੜ ਲਹੋ, ਜਿਦੋਂ ਪਾਈਏ ਸੱਚ ਸੋਏ। ਅਸੁਰ ਸੰਘਾਰੈ ਸੁਖੇ ਵਸੈ, ਜੋ ਤਿਸ ਭਾਵੈ ਸੋ ਹੋਏ। ਕਹਿੰਦੇ ਫਿਰ ਕੀ ਹੋਏਗਾ? ਕਹਿੰਦੇ ਅਸੁਰ ਜਿਹੜੇ ਹੈਗੇ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਭੈੜੀਆਂ ਆਦਤਾਂ, ਭੈੜੇ ਸੰਸਕਾਰ, ਇਹ ਸੰਘਾਰ ਦੇਗਾ, ਸੁਖ ਦੇ ਵਿੱਚ ਵਸ ਜਾਏਗਾ ਅਭਿਆਸੀ। ਜੋ ਤਿਸ ਭਾਵੈ ਸੋ ਹੋਏ, ਜੋ ਉਸ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ। ਐਸਾ ਸਤਿਗੁਰ ਲੋੜ ਲੋ, ਜਿਦੋਂ ਪਾਈਏ ਸੱਚ ਸੋਏ। ਅਸੁਰ ਸੰਘਾਰੇ ਸੁਖ ਵਸੈ, ਜੋ ਤਿਸ ਭਾਵੈ ਸੋ ਹੋਏ। ਜੋ ਮਾਲਕ ਪਰਮਾਤਮਾ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ ਭਾਈ। ਆਹੀ ਮਾਲਕ ਨੇ ਖੇਡ ਬਣਾਈ ਹੋਈ ਹੈ। ਇਸ ਖੇਡ ਦੇ ਅਨੁਸਾਰ ਭਾਈ ਜਿਹੜਾ ਡਿਮਾਂਡ ਕਰੂਗਾ ਵੀ ਮੈਨੂੰ ਗਾਈਡ ਚਾਹੀਦਾ, ਮੈਂ ਤੇਰੇ ਵੱਲ ਆਉਣਾ ਚਾਹੁੰਦਾ ਹੈ, ਆਪਣੇ ਆਪ ਮਾਲਕ ਪਰਮਾਤਮਾ ਮਿਲਾ ਦੇਗਾ। ਜਿਹਾ ਸਤਿਗੁਰ ਕਰ ਜਾਣਿਆ, ਤੇਹੋ ਜਿਹਾ ਸੁਖ ਹੋਏ। ਹੁਣ ਦੇਖ ਲਓ, ਸਤਿਗੁਰੂ ਨੇ, ਸਾਰੇ ਸਤਿਗੁਰੂ ਦੇ ਕੋਲ ਜਾਂਦੇ ਆ ਜਿੰਨੇ ਵੀ ਹੈਗੇ ਆ, ਪਰ ਸੁਖ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦਾ। ਕਹਿੰਦੇ ਜਿੰਨੀ ਕੁ ਭਾਵਨਾ ਹੋਊਗੀ, ਜਿੰਨੀ ਕੁ ਸ਼ਰਧਾ ਹੋਏਗੀ, ਓਨਾ ਕੁ ਸੁਖ ਮਿਲਣਾ ਹੈ, ਉਹੋ ਜਿਹਾ ਸੁਖ ਮਿਲਣਾ ਹੈ। ਜਿੰਨਾ ਕੁ ਸਤਿਗੁਰੂ ਨੂੰ ਆਪਾਂ, ਜਿੰਨਾ ਕੁ ਸਤਿਗੁਰੂ ਨੂੰ, ਜਿੰਨਾ ਕੁ ਆਪਾਂ ਜਿਹੜੇ ਹੈਗੇ ਆ ਇੰਪੋਰਟੈਂਸ ਦੇਵਾਂਗੇ, ਓਨਾ ਕੁ ਆਪਾਂ ਨੂੰ ਸੁਖ ਮਿਲ ਜਾਏਗਾ। ਜਿਹਾ ਸਤਿਗੁਰ ਕਰ ਜਾਣਿਆ, ਤੇਹੋ ਜਿਹਾ ਸੁਖ ਹੋਏ। ਇਹੋ ਸਹਿਸਾ ਮੂਲੇ ਨਾਹੀ, ਭਾਉ ਲਾਏ ਜਨ ਕੋਏ। ਕਹਿੰਦੇ ਇਹਦੇ ਵਿੱਚ ਕੋਈ ਡਾਊਟ ਨਹੀਂ ਆ ਪਿਆਰਿਓ, ਕੋਈ ਡਾਊਟ ਨਹੀਂ ਆ। ਤੁਸੀਂ ਪਿਆਰ ਪਾ ਕੇ, ਭਾਵਨਾ ਲਾ ਕੇ ਦੇਖ ਲਓ, ਪ੍ਰੈਕਟੀਕਲ ਕਰਕੇ ਦੇਖ ਲਓ। ਜਿਹਾ ਸਤਿਗੁਰ ਕਰ ਜਾਣਿਆ, ਤੇਹੋ ਜਿਹਾ ਸੁਖ ਹੋਏ। ਇਹ ਗੱਲ ਦੇ ਵਿੱਚ ਕੋਈ ਡਾਊਟ ਨਹੀਂ ਆ, ਪ੍ਰੈਕਟੀਕਲ ਕਰਕੇ ਦੇਖ ਲਓ। ਇਹੋ ਸਹਿਸਾ ਮੂਲੇ ਨਾਹੀ, ਭਾਉ ਲਾਏ ਜਨ ਕੋਏ। ਨਾਨਕ ਏਕ ਜੋਤ ਦੋਏ ਮੂਰਤੀ, ਸ਼ਬਦ ਮਿਲਾਵਾ ਹੋਏ। ਕਹਿੰਦੇ ਫਿਰ ਜਿਹੜਾ ਹੈਗਾ, ਜਿਹੜਾ ਭਾਵਨਾ ਲਗਾ ਦੇਗਾ, ਉਹ ਇੱਕ ਜੋਤ ਹੋ ਜਾਏਗਾ ਭਾਈ। ਇੱਕ ਜੋਤ ਦੋਏ ਮੂਰਤੀ, ਦੋ ਮੂਰਤੀਆਂ ਆ, ਇੱਕ ਜੋਤ ਹੋ ਜਾਏਗੀ, ਔਰ ਸ਼ਬਦ ਦੇ ਨਾਲ ਮਿਲਾਵਾ ਹੋ ਜਾਏਗਾ, ਬੂੰਦ ਸਮੁੰਦਰ ਦੇ ਵਿੱਚ ਚਲੀ ਜਾਏਗੀ। ਸਤਿਗੁਰੂ, ਸਿੱਖ ਤੇ ਪਰਮਾਤਮਾ ਇੱਕ ਹੋ ਜਾਏਗਾ ਭਾਈ। ਨਾਨਕ ਏਕ ਜੋਤ ਦੋਏ ਮੂਰਤੀ, ਸ਼ਬਦ ਦੇ ਮਿਲਾਵਾ ਹੋਏ। ਸ਼ਬਦ ਦੇ ਨਾਲ ਮਿਲਾਵਾ ਹੋਣਾ ਹੈ। ਸ੍ਰੀ ਰਾਗ ਮਹਲਾ ਤੀਜਾ। ਅੰਮ੍ਰਿਤ ਛੋੜ ਵਿਖਿਆ ਲੁਭਾਣੇ, ਸੇਵਾ ਕਰੇ ਵਿਡਾਣੀ। ਕਹਿੰਦੇ ਅੰਮ੍ਰਿਤ ਨੂੰ ਛੱਡ ਦਿੱਤਾ। ਦੇਖ ਲਓ, ਅੰਮ੍ਰਿਤ ਨੂੰ ਛੱਡਣਾ ਕੀ ਹੈ? ਵੀ ਨਹੀਂ ਕਰਨਾ ਧਿਆਨ ਸਿਮਰਨ, ਨਹੀਂ ਕਰਨੀ ਭਗਤੀ, ਨਹੀਂ ਲੈਣੀ ਗੁਰੂ ਦੀ ਮੱਤ। ਅੰਮ੍ਰਿਤ ਛੋੜ ਵਿਖਿਆ ਲੁਭਾਣੇ, ਕਿਉਂ? ਕਿਉਂਕਿ ਵਿਸ਼ੇ ਵਿਕਾਰ, ਮਾਇਆ, ਪਦਾਰਥ ਚੰਗੇ ਲੱਗਦੇ ਆ, ਧਨ ਦੌਲਤ ਚੰਗੀ ਲੱਗਦੀ ਹੈ। ਅੰਮ੍ਰਿਤ ਛੋੜ ਵਿਖਿਆ ਲੁਭਾਣੇ, ਸੇਵਾ ਕਰੇ ਵਿਡਾਣੀ। ਵਿਡਾਣੀ ਕਹਿੰਦੇ ਆ
ਬੇਗਾਨੀ ਸੇਵਾ ਕਰ ਰਿਹਾ ਹੈ। ਇਹ ਮਾਇਆ ਦੀ ਸੇਵਾ ਕਰੀ ਜਾ ਰਿਹਾ, ਜਿਹਦੇ ਨਾਲ ਪ੍ਰਾਪਤੀ ਕੁਛ ਨਹੀਂ ਹੋਣੀ। ਮਾਇਆ ਜਿਹੜੀ ਹੈ ਇੱਥੇ ਦੇ ਇੱਥੇ ਹੀ ਦੁਨੀਆ ਦੇ ਵਿੱਚ ਹੀ ਰਹਿ ਜਾਣਾ ਸਾਰਾ ਕੁਛ, ਔਰ ਆਪਾਂ ਤੁਰ ਜਾਣਾ ਹੈ। ਅੰਮ੍ਰਿਤ ਛੋੜ ਵਿਖਿਆ ਲੁਭਾਣੇ, ਸੇਵਾ ਕਰੇ ਵਿਡਾਣੀ। ਆਪਣਾ ਧਰਮ ਗਵਾਵੇਂ, ਬੂਝੇ ਨਾਹੀ, ਅੰਦਿਨ ਦੁੱਖੇ ਵਿਹਾਣੀ। ਕਹਿੰਦੇ ਇਹਦੇ ਨਾਲ ਰਿਜ਼ਲਟ ਕੀ ਹੁੰਦਾ ਹੈ? ਕਹਿੰਦੇ ਜਿਹੜਾ ਧਰਮ ਹੈਗਾ ਉਹ ਗਵਾ ਦਿੱਤਾ। ਇਨਸਾਨ ਦੀ ਜੂਨ ਚ ਆਏ ਆਪਾਂ, ਆਪਣਾ ਧਰਮ ਹੈਗਾ ਭਗਤੀ ਕਰਨੀ, ਮਾਲਕ ਪਰਮਾਤਮਾ ਨੂੰ ਪਾਉਣਾ, ਨਾਮ ਪਦਾਰਥ ਲੱਭਣਾ, ਇਹ ਆਪਣਾ ਧਰਮ ਹੈਗਾ। ਕਹਿੰਦੇ ਧਰਮ ਆਪਣਾ ਗਵਾ ਦਿੱਤਾ। ਬੂਝੇ ਨਹੀਂ, ਬੁੱਝਦੇ ਵੀ ਨਹੀਂ ਹੈਗੇ, ਮਾਇਆ ਦੇ ਵਿੱਚ ਨਹੀਂ ਸਮਝਦੇ ਇਸ ਗੱਲ ਨੂੰ। ਫਿਰ ਕੀ ਹੁੰਦਾ ਹੈ ਕਿ ਸੁਖੀ ਰਹਿੰਦੇ ਆ, ਅਨਦਿਨ ਦੁੱਖੇ ਵਿਹਾਣੀ। ਕਹਿੰਦੇ ਹਰ ਦਿਨ ਉਹਨਾਂ ਦਾ ਦੁੱਖ ਦੇ ਵਿੱਚ ਹੀ ਗੁਜ਼ਰਦਾ ਹੈ, ਟੈਨਸ਼ਨ ਦੇ ਵਿੱਚ ਹੀ ਜਾਂਦਾ ਹੈ, ਸੁਖੀ ਵੀ ਨਹੀਂ ਹੈ। ਦੇਖ ਲਓ, ਖਿੱਚਦੇ ਰਹਿੰਦੇ ਆ। ਆਪਣਾ ਧਰਮ ਗਵਾਵੇਂ, ਘਰ ਵਾਲੀ ਤੇ ਵੀ, ਬੱਚਿਆਂ ਤੇ ਵੀ, ਘਰ ਵਾਲੀ ਵੀ ਜਿਹੜੀ ਹੈਗੀ, ਸਾਰੇ ਜਿਹੜੇ ਹੈਗੇ ਆਪਸ ਦੇ ਵਿੱਚ ਐਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਦੁਖੀ ਹੋਈ ਜਾਂਦੇ ਆ, ਖਿੱਚ ਜਾਂਦੇ ਆ। ਅੰਮ੍ਰਿਤ ਛੋੜ ਵਿਖਿਆ ਲੁਭਾਣੇ, ਸੇਵਾ ਕਰੇ ਵਿਡਾਣੀ। ਆਪਣਾ ਧਰਮ ਗਵਾਵੇਂ, ਬੂਝੇ ਨਾਹੀ, ਅੰਦਿਨ ਦੁੱਖ ਵਿਹਾਣੀ। ਮਨਮੁਖ ਅੰਧ ਨਾ ਚੇਤਹੀ, ਡੂਬੇ ਮੂਏ ਬਿਨ ਪਾਣੀ। ਕਹਿੰਦੇ ਮਨਮੁਖ ਹੈਗੇ ਪਾਏ, ਮਨ ਦੇ ਪਿੱਛੇ ਚੱਲ ਰਹੇ, ਅੰਧ ਹਨੇਰੇ ਦੇ ਵਿੱਚ ਹੈਗੇ ਆ, ਨਾ ਚੇਤਦੇ ਨਹੀਂ ਹੈਗੇ, ਨਹੀਂ ਚੇਤਦੇ, ਨਹੀਂ ਸਮਝਦੇ, ਨਹੀਂ ਜਿਹੜੇ ਹੈਗੇ ਇਸ ਗੱਲ ਨੂੰ ਬੁੱਝਦੇ। ਕਹਿੰਦੇ ਡੂਬੇ ਮੂਏ ਬਿਨ ਪਾਣੀ, ਬਗੈਰ ਪਾਣੀ ਦੇ ਡੁੱਬ ਕੇ ਮਰ ਗਏ। ਕਹਿੰਦੇ ਪਾਣੀ ਦੀ ਲੋੜ ਹੀ ਨਹੀਂ ਪਈ, ਬਈ ਡੁੱਬ ਕੇ ਮਰਨਾ ਕੀ ਹੈਗਾ। ਵੀ ਮਾਲਕ ਜਿਹੜੀ ਆਤਮਿਕ ਯਾਤਰਾ ਨਹੀਂ ਕੀਤੀ ਉਹਨਾਂ ਨੇ, ਉਸ ਪਾਸਿਓਂ ਮਰ ਗਏ। ਰੱਬ ਵਾਲੇ ਪਾਸੇ ਜਿਸ ਕੰਮ ਵਾਸਤੇ ਆਏ ਸੀਗੇ, ਜਿਹੜਾ ਧਰਮ ਸੀਗਾ ਉਹਨਾਂ ਦਾ, ਉਹ ਧਰਮ ਬੁੱਝਿਆ ਨਹੀਂ ਤੇ ਡੁੱਬ ਗਏ ਪਾਣੀ ਤੋਂ ਬਗੈਰ, ਮਨੁੱਖੀ ਜੀਵਨ ਗਵਾ ਲਈ। ਮਨ ਰੇ ਸਦਾ ਭਜੋ ਹਰ ਸਰਣਾਈ। ਇਹ ਮੇਰੇ ਮਨਾ, ਭਜੋ ਮਤਲਬ ਭੱਜ ਜਾ ਨਹੀਂ, ਭਜੋ ਮਤਲਬ ਦੌੜ ਜਾ ਨਹੀਂ, ਭਜੋ ਮਤਲਬ ਭਜਨ ਕਰ। हे ਮੇਰੇ ਮਨਾ, ਪਰਮੇਸ਼ਰ ਦੀ ਸ਼ਰਨ ਦੇ ਵਿੱਚ ਪੈ ਕੇ ਭਜਨ ਕਰ। ਪਰਮੇਸ਼ਰ ਦੀ ਸ਼ਰਨ ਕੀ ਆ? ਗੁਰ ਗੁਰ ਕਰਤ ਸ਼ਰਨ ਜੇ ਆਵੇ, ਪ੍ਰਭਾਏ ਮਿਲੇ ਕਿਨ ਢੀਲ ਨਾ ਪਈਆ। ਕਹਿੰਦੇ ਗੁਰੂ ਦੇ ਅਨੁਸਾਰ ਕਾਰਵਾਈ ਸ਼ੁਰੂ ਕਰ ਦੇ, ਧਿਆਨ ਸਿਮਰਨ ਸ਼ੁਰੂ ਕਰ ਦੇ। ਕਿਵੇਂ ਕਹਿਤਾ ਜੀ? ਗੁਰ ਕਾ ਸ਼ਬਦ ਅੰਤਰ ਵਸੈ, ਤਾਂ ਹਰ ਵਿਸਰ ਨਾ ਜਾਈ ਰਹਾ। ਹਾਲੋ ਆ ਗਿਆ ਸ਼ਬਦ, ਉਹ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬੌੜ ਜਨਮ ਨਾਮਾ। ਗੁਰ ਕਾ ਸ਼ਬਦ, ਕਿਉਂਕਿ ਗੁਰੂ ਨੇ ਦੱਸਿਆ ਹੈ, ਗੁਰੂ ਨੇ ਦੱਸਿਆ ਧਿਆਨ ਸਿਮਰਨ, ਗੁਰੂ ਨੇ ਦੱਸਿਆ ਆਪਣੇ ਅੰਦਰ ਵੜਨਾ, ਗੁਰੂ ਨੇ ਦੱਸਿਆ ਮਨ ਨੂੰ ਖੜਾ ਕਰਨਾ, ਗੁਰੂ ਨੇ ਦੱਸਿਆ ਹੈ ਜਿਹੜਾ ਹੈਗਾ ਚਿੱਤ, ਜਿਹੜਾ ਪਟਲ ਹੈਗਾ ਉਹਨੂੰ ਸਵਿਚ ਆਫ ਕਰਨਾ। ਮਨ ਰੇ ਸਦਾ ਭਜੋ ਹਰ ਸਰਣਾਈ, ਗੁਰ ਕਾ ਸ਼ਬਦ ਅੰਤਰ ਵਸੈ, ਤਾਂ ਹਰ ਵਿਸਰ ਨਾ ਜਾਈ। ਤਾਂ ਮਾਲਕ ਪਰਮਾਤਮਾ ਵਿਸਰਦਾ ਨਹੀਂ ਹੈਗਾ। ਰਹਾਓ, ਇਹ ਜਿਹੜੀ ਭਗਤੀ ਹੈਗੀ, ਜਿਹੜਾ ਧਿਆਨ ਸਿਮਰਨ ਹੈਗਾ, ਇਹ ਜਿਹੜਾ ਹੈਗਾ ਆਪਣੀ ਸੁਰਤ, ਮਤ, ਬੁੱਧ, ਇਹ ਜਿਹੜੀ ਹੈਗੀ ਆ, ਔਰ ਜਿਹੜਾ ਚਿੱਤ ਜਿਹੜਾ ਹੈਗਾ, ਪਟਲ ਜਿਹੜਾ ਸਾਰਾ ਦਾ ਸਾਰਾ ਜਿਹੜਾ ਹੈਗਾ, ਇਹਨਾਂ ਨੂੰ ਆਪਾਂ ਨੇ ਨਿਸ਼ਕ੍ਰਿय ਕਰ ਦੇਣਾ। ਬਸ ਇਹ ਜਦ ਧਿਆਨ ਸਿਮਰਨ ਕਰਦੇ ਆ ਤੇ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਵਿਚ ਆਫ ਹੋ ਜਾਣੀਆਂ ਚਾਹੀਦੀਆਂ। ਗੁਰ ਕਾ ਸ਼ਬਦ ਅੰਤਰ ਵਸੈ, ਹਰ ਵਿਸਰ ਨਾ ਜਾਈ। ਪਰਮਾਤਮਾ ਨਹੀਂ, ਜਿਨ੍ਹਾਂ ਨੂੰ ਨਹੀਂ ਵਿਸਰਦਾ ਪਾਏ, ਉਹ ਇਹ ਕੰਮ ਲਾਜ਼ਮੀ ਕਰਦੇ ਆ। ਮਨ ਰੇ ਸਦਾ ਭਜੋ ਹਰ ਸਰਣਾਈ, ਗੁਰ ਕਾ ਸ਼ਬਦ ਅੰਤਰ ਵਸੈ, ਹਰ ਵਿਸਰ ਨਾ ਜਾਈ ਰਹਾਓ। ਤਾਂ ਹਰ ਵਿਸਰ ਨਾ ਜਾਈ, ਤਾਂ, ਵਾਹ ਜੀ ਵਾਹ, ਦੇਖ ਲਓ, ਤਾਂ ਕਹਿੰਦੇ ਆ ਬਈ ਜੇ ਭਜੇਗਾ ਪਰਮੇਸ਼ਰ ਦੀ ਸ਼ਰਨ ਦੇ ਵਿੱਚ, ਭਜਨ ਕਰੇਗਾ ਤੇ ਤਾਂ ਗੁਰੂ ਦਾ ਸ਼ਬਦ ਅੰਦਰ ਅੰਤਰ ਵਸ ਜਾਏਗਾ ਤੇ ਪਰਮੇਸ਼ਰ ਜਿਹੜਾ ਹੈਗਾ ਨਹੀਂ ਵਿਸਰੇਗਾ। ਰਹਾਓ, ਇਹ ਸਰੀਰ ਮਾਇਆ ਕਾ ਪੁਤਲਾ, ਵਿੱਚ ਹਉਮੈ ਦੁਸ਼ਟੀ ਪਾਈ। ਕਹਿੰਦੇ ਤੇਰਾ ਸਰੀਰ ਜਿਹੜਾ ਹੈਗਾ ਨਾ, ਇਹ ਮਾਇਆ ਦਾ ਪੁਤਲਾ ਹੈ ਪਿਆਰਿਆ,
ਇਹਨੇ ਮਾਇਆ ਜਿਹੜੀ ਹੈ ਪਦਾਰਥ ਵੱਲ ਨੂੰ ਇਸ ਤਰ੍ਹਾਂ ਅਟਰੈਕਟ ਹੋਣਾ ਜਿਵੇਂ ਕੁਕੜੀ ਜਿਹੜੀ ਹੈ ਸੀਂਡ ਦੇ ਉੱਤੇ ਜਾਂਦੀ ਹੈ। ਇਸ ਤਰੀਕੇ ਦੇ ਨਾਲ ਇਹਨੇ ਜਿਹੜਾ ਹੈਗਾ ਮਾਇਆ ਵੱਲ ਨੂੰ ਇੰਨੀ ਖਿੱਚ ਹੈਗੀ ਇਹਦੇ ਅੰਦਰ, ਚੁੰਬਕ ਵਾਂਗੂ ਖਿੱਚਿਆ ਜਾਣਾ ਇਹਨੇ ਮਾਇਆ ਦੇ ਵਿੱਚ, ਕਿਉਂਕਿ ਇਹ ਮਾਇਆ ਦਾ ਪੁਤਲਾ ਹੈਗਾ ਸਰੀਰ। ਜੇ ਆਪਣੇ ਆਪ ਨੂੰ ਸਰੀਰ ਮੰਨੇਗਾ ਤੇ ਆਹ ਚੀਜ਼ ਹੋ ਜਾਣੀ ਹੈ ਤੇਰੇ ਨਾਲ। ਔਰ ਇਹਦੇ ਵਿੱਚ ਹੋਰ ਐਡੀਸ਼ਨਲ ਜਿਹੜਾ ਹੈਗਾ ਕਹਿੰਦੇ ਵਿੱਚ ਹਉਮੈ ਦੁਸ਼ਟੀ ਪਾਈ। ਹਉਮੈ ਹੈਗੀ, ਮੈਂ ਸਰੀਰ, ਮੈਂ ਹੋ ਗਿਆ ਸਰੀਰ, परमात्मा तो ਵੱਖ ਕਰਤਾ ਬਣ ਗਿਆ, ਝੂਠਾ ਕਰਤਾ। ਇਹ ਸਰੀਰ ਮਾਇਆ का पुतला ਵਿੱਚ ਹਉਮੈ ਦੁਸ਼ਟੀ ਪਾਈ। ਆਵਣ ਜਾਣਾ ਜੰਮਣ ਮਰਨਾ ਮਨ ਮੁਖੇ ਪੱਤ ਗਵਾਈ। ਕਹਿੰਦੇ ਬਸ ਫਿਰ ਦੇਖ ਲਾ ਪਿਆਰਿਆ, ਆਉਣਾ ਜਾਣਾ ਰਹਿ ਜਾਏਗਾ ਤੇਰਾ। ਸਰੀਰ ਛੱਡ ਕੇ ਜਾਏਗਾ, ਫਿਰ ਵਾਪਸ ਆਏਗਾ, ਫਿਰ ਜੰਮੇਗਾ, ਤੂੰ ਮਾਂ ਦੇ ਪੇਟ 'ਚ ਰਹੇਗਾ, ਫਿਰ ਜੰਮੇਗਾ, ਫਿਰ ਤੂੰ ਮਰੇਗਾ ਵੀ। ਆਹ ਸਿਲਸਿਲਾ ਤੇਰਾ ਲਗਾਤਾਰ ਜਾਰੀ ਰਹੇਗਾ ਤੇ ਪੱਤ ਤੇਰੀ ਕਿਤੇ ਰਹਿਣੀ ਨਹੀਂ ਹੈ ਭਾਈ। ਧਰਮਰਾਜ ਨੇ ਫਿਰ ਟੱਕਰ ਦੇਣਾ, ਮਨ ਦੇ ਪਿੱਛੇ ਲੱਗਿਆ ਹੋਇਆ ਇਸ ਕਰਕੇ। ਆਵਣ ਜਾਣਾ ਜੰਮਣ ਮਰਨਾ ਮਨ ਮੁਖੇ ਪੱਤ। ਆਪਾਂ ਅੱਖਾਂ ਖੋਲ ਕੇ ਦੇਖੀਏ ਸਾਹਮਣੇ ਸਾਰਾ ਕੁਝ ਇਸ ਤਰ੍ਹਾਂ ਹੀ ਹੋ ਰਿਹਾ, ਸਾਰਾ ਦਾ ਸਾਰਾ ਐਸੇ ਤਰੀਕੇ ਨਾਲ ਆ ਰਹੇ ਤੇ ਜਾ ਰਹੇ, ਆ ਰਹੇ ਤੇ ਜਾ ਰਹੇ, ਜੂਨਾਂ ਦੇ ਵਿੱਚ ਚੱਲ ਰਹੀ ਹੈ, ਸਾਰਾ ਸਾਈਕਲ ਚੱਲੀ ਜਾ ਰਿਹਾ। ਆਵਣ ਜਾਣਾ ਜੰਮਣ ਮਰਨਾ ਮਨ ਮੁਖੇ ਪੱਤ ਗਵਾਈ। ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ। ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਦੇ ਅਨੁਸਾਰ ਜੋ ਸਤਿਗੁਰੂ ਕਹਿ ਰਹੇ ਉਹ ਸੇਵਾ ਕੀਤੀ, ਧਿਆਨ ਸਿਮਰਨ ਕੀਤਾ, ਹੁਣ ਹਮੇਸ਼ਾ ਵਾਸਤੇ ਸੁਖੀ ਹੋ ਗਏ। ਉਹਨਾਂ ਦੀ ਜੋਤ ਪਰਮਾਤਮਾ ਦੀ ਜੋਤ ਦੇ ਵਿੱਚ ਮਿਲ ਗਈ। ਉਹ ਸਰੀਰ ਜਿਹੜਾ ਹੈਗਾ ਵੱਖ ਹੋ ਗਿਆ, ਸਰੀਰ ਦੀ ਪਕੜ ਚੋਂ ਸਰੀਰ ਦੇ ਵਿੱਚ ਰਹਿੰਦੇ ਹੋਏ ਆਜ਼ਾਦ ਹੈਗੇ ਆ। ਆਵਣ ਜਾਣਾ ਜੰਮਣ ਮਰਨਾ ਮਨ ਮੁਖੇ ਪੱਤ ਗਵਾਈ। ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ। ਇੱਕ ਜਗ੍ਹਾ ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵਾ ਗਾਖੜੀ ਕਹਿੰਦੇ ਸੀ ਔਖੀ ਆ। ਇੱਥੇ ਦੇਖ ਲਓ ਕਹਿੰਦੇ ਉਹੀ ਪਾਤਸ਼ਾਹੀ ਕਹਿ ਰਹੀ ਹੈ ਭਾਈ, ਕਹਿੰਦੇ ਸਤਿਗੁਰ ਕੀ ਸੇਵਾ ਅੱਤ ਸੁਖਾਲੀ, ਕਹਿੰਦੇ ਬੜੀ ਸੌਖੀ ਆ। ਜੋ ਇੱਛੇ ਸੋ ਫਲ ਪਾਏ, ਕਹਿੰਦੇ ਜੋ ਇੱਛਾ ਕਰਾਂਗੇ ਉਹੀ ਫਲ ਪ੍ਰਾਪਤ ਹੋ ਜਾਏਗਾ। ਸਤਿਗੁਰ ਕੀ ਸੇਵਾ अत सुखाली जो इच्छे सो फल पाए। जत सत तप पवित्र शरीरा हर हर मने वसाए। कहते सारा जत और सत सच्चा आचरण, जत कंट्रोल ऑफ सेंसेस, तप तपस्या, पवित्र शरीर पवित्र, हर हर मन वसाए और परमात्मा का नाम मन दे विच वस जाता है। कहते सतगुर की सेवा अत सुखाली जो इच्छे सो फल पाए। सारा कुछ कहते जत सत संजम पवित्र शरीरा सारा कुछ ਇਹਦੇ ਨਾਲ ਹੋ ਜਾਣਾ ਹੈ ਜੇ ਮਨ ਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਏ, ਜੇ ਨਾਮ ਵਾਲੇ ਪਾਸੇ ਨੂੰ ਗਤੀ ਕਰ ਲੈ ਇਨਸਾਨ। ਸਦਾ ਆਨੰਦੇ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ। ਔਰ ਹਮੇਸ਼ਾ ਹੀ ਜੀਵਨ ਦੇ ਵਿੱਚ ਆਨੰਦਿਤ ਰਹੂਗਾ ਦਿਨ ਰਾਤ, ਔਰ ਪਰਮਾਤਮਾ ਦੇ ਨਾਲ ਮਿਲ ਜਾਏਗਾ, ਸੁਖੀ ਹੋ ਜਾਏਗਾ ਹਮੇਸ਼ਾ ਵਾਸਤੇ ਜੇ ਸਤਿਗੁਰ ਕੀ ਸੇਵਾ ਕਰ ਲਏਗਾ। ਅੱਤ ਸੁਖਾਲੀ ਹੈਗੀ ਆ, ਗੁਰੂ ਦੇ ਅਨੁਸਾਰ ਚੱਲੋ ਤੇ ਅੱਤ ਸੁਖਾਲੀ ਹੋ ਜਾਂਦੀ ਹੈ। जो सतगुर की शरणागति हों तिन कै बल जाओ। देखो तीसरी पातशाही कह रही कहते ਜਿਹੜੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਹੈਗੇ, ਸਤਿਗੁਰੂ ਦੀ ਸ਼ਰਨ ਕੀ ਹੈ, ਜਿਹੜੇ ਸਤਿਗੁਰੂ ਦੇ ਅਨੁਸਾਰ ਜਿਹੜੇ ਹੈਗੇ ਕਾਰਵਾਈ ਕਰਦੇ ਆ ਆਪਣੀ ਜੀਵਨ ਜਿਹੜੀ ਹੈਗੀ ਹੈ, ਜੀਵਨ ਦੀ ਜਿਹੜੀ ਹੈਗੀ ਗਤੀ, ਜੀਵਨ ਦੀ ਜਿਹੜੀ ਹੈ ਕਿਸ਼ਤੀ ਸਤਿਗੁਰੂ ਦੇ ਅਨੁਸਾਰ ਚਲਾਉਂਦੇ ਆ। ਜੋ ਸਤਿਗੁਰ ਕੀ ਸ਼ਰणागति ਹੋਂ ਤਿਨ ਕੈ ਬਲ ਜਾਓ। ਦਰ ਸੱਚਾ ਸੱਚੀ ਵਡਿਆਈ ਸਹਿਜੇ ਸੱਚ ਸਮਾਓ। ਕਹਿੰਦੇ ਪਰਮਾਤਮਾ ਦੇ ਦਰ ਤੇ ਪਹੁੰਚ ਜਾਂਦੇ ਆ ਭਾਈ, ਸੱਚੀ ਵਡਿਆਈ ਮਿਲਦੀ ਆ। ਮੈਂ ਵੀ ਜਿਹੜਾ ਸੱਚ ਦੇ ਵਿੱਚ ਸਮਾ ਜਾਵਾਂ ਇਸ ਤਰੀਕੇ ਦੇ ਨਾਲ। ਨਾਨਕ ਨਦਰੀ ਪਾਈਏ ਗੁਰਮੁਖੇ ਮੇਲ ਮਿਲਾਓ। ਕਹਿੰਦੇ ਮਾਲਕ ਦੀ ਮਿਹਰ ਦੇ ਨਾਲ ਪ੍ਰਾਪਤੀ ਹੋਣੀ ਹੈ ਨਾਮ ਦੀ ਔਰ ਮਾਲਕ ਦੀ। ਗੁਰੂ ਦੇ ਰਾਹੀਂ ਇਹ ਮੇਲ ਮੁਲਾਕਾਤ ਗੁਰੂ ਦੇ ਰਾਹੀਂ ਹੋਣਾ ਹੈ, ਮੇਲ ਮਿਲਾਉਣਾ ਹੈ ਗੁਰੂ ਦੇ ਰਾਹੀਂ। ਪਹਿਲੀ ਲਾਈਨ ਰਹਿ ਗਈ। ਹਾਂਜੀ ਹਾਂਜੀ ਕਿਹੜੀ ਜੀ? ਇਸ ਤੋਂ ਪਹਿਲੀ ਲਾਈਨ। ਹਾਂ, ਦਰ ਸੱਚੈ ਸੱਚੀ ਵਡਿਆਈ
ਸਹਿਜੇ ਸੱਚ ਸਮਾਓ। ਤੇ ਕਹਿੰਦੇ ਪਰਮੇਸ਼ਰ ਦੇ ਦਰ ਤੇ ਪਹੁੰਚ ਜਾਂਦੇ ਆ। ਦਰ ਸੱਚਾ ਹੈ, ਸੱਚੀ ਵਡਿਆਈ ਹੈ ਇਹ ਬਹੁਤ ਹੀ ਜਿਹੜਾ ਹੈਗਾ ਸਭ ਤੋਂ ਜਿਹੜਾ ਹੈਗਾ ਵਡਿਆਈ ਮਤਲਬ ਸੋਭਾ। ਕਹਿੰਦੇ ਇੰਨੀ ਸੱਚੀ ਸੋਭਾ ਹੋ ਜਾਂਦੀ ਹੈ ਉਹਦੀ ਲੋਕ ਪਰਲੋਕ ਦੇ ਵਿੱਚ। ਸਹਿਜੇ ਸੱਚ ਸਮਾਓ, ਸਹਿਜ ਦੇ ਨਾਲ ਹੀ ਸੱਚ ਦੇ ਵਿੱਚ ਸਮਾ ਜਾਂਦੇ ਹੋ। ਸਹਿਜ ਅਵਸਥਾ ਆ ਜਾਂਦੀ ਹੈ ਉਹਨਾਂ ਦੇ ਕੋਲ। ਇਹ ਮਾਇਆ ਜਿਹੜੀ ਹੈਗੀ ਛੁੱਟ ਜਾਂਦੀ ਹੈ। ਇੱਕ ਸ਼ਬਦ ਹੋਰ ਲੈ ਲਈਏ। ਸ੍ਰੀ ਰਾਗ ਮਹਲਾ ਤੀਜਾ। ਮਨਮੁਖ ਕਰਮ ਕਮਾਵਣੇ, ਜਿਉ ਦੁਹਾਗਣ ਤਨੇ ਸਿੰਗਾਰ। ਕਹਿੰਦੇ ਮਨ ਦੇ ਪਿੱਛੇ ਚੱਲ ਰਹੇ ਭਾਈ। ਮਨ ਦੇ ਪਿੱਛੇ ਚੱਲਣ ਦੇ ਨਾਲ ਜਿਹੜਾ ਹੈਗਾ ਕਰਮ ਕਰਦੇ ਆ, ਕਰਮ ਕਮਾਵਣੇ ਜਿਉ ਦੁਹਾਗਣ ਤਨੇ ਸਿੰਗਾਰ। ਕਹਿੰਦੇ ਜਿਹੜਾ ਮਨ ਦੇ ਪਿੱਛੇ ਚੱਲ ਰਿਹਾ, ਹੁਣ ਦੇਖੋ ਇਹ ਜਿਹੜਾ ਧਰਮ ਦੇ ਰਸਤੇ ਤੇ ਚੱਲਣਾ ਚਾਹੁੰਦਾ ਇਨਸਾਨ, ਪਰ ਉਹਦੇ ਵਾਸਤੇ ਗਾਈਡ ਨਹੀਂ ਹੈ, ਗੁਰੂ ਨਹੀਂ ਹੈ, ਬ੍ਰਹਮ ਗਿਆਨ ਨਹੀਂ ਹੈਗਾ, ਗੁਰਮਤ ਨਹੀਂ ਹੈਗੀ। ਤੇ ਫਿਰ ਕਹਿੰਦੇ ਆ ਮਨ ਦੇ ਪਿੱਛੇ ਮਨ ਦੇ ਹਿਸਾਬ ਦੇ ਨਾਲ ਚੱਲੇਗਾ। ਜੋ ਮਨ ਦੇ ਵਿੱਚ ਆ, ਜਿਸ ਤਰ੍ਹਾਂ ਮਨ ਜਿਹੜੇ ਪਾਸੇ ਨੂੰ ਲੈ ਜਾਊਗਾ ਉਸੇ ਪਾਸੇ ਨੂੰ ਤੁਰ ਪਊਗਾ। ਮਨਮੁਖ ਕਰਮ ਕਮਾਵਣੇ, ਜਿਉ ਦੁਹਾਗਣ ਤਨੇ ਸਿੰਗਾਰ। ਕਹਿੰਦੇ ਜਿਸ ਤਰ੍ਹਾਂ ਦੁਹਾਗਣ ਹੈਗੀ ਆ, ਉਹਨੇ ਸਿੰਗਾਰ ਕਰ ਲਿਆ। ਛੁੱਟੜ ਹੈਗੀ ਵਿਚਾਰੀ, ਪਤੀ ਹੈ ਨੀਗਾ, ਸਿੰਗਾਰ ਕਰ ਲਿਆ, ਕੀ ਫਾਇਦਾ ਉਹਦਾ। ਮਨਮੁਖ ਕਰਮ ਕਮਾਵਣੇ, ਜਿਉ ਦੁਹਾਗਣ ਤਨੇ ਸਿੰਗਾਰ। ਸੇਜੈ ਕੰਤ ਨਾ ਆਵਈ, ਨਿਤ ਨਿਤ ਹੋਏ ਖੁਆਰ। ਕਹਿੰਦੇ ਪਤੀ ਪਰਮਾਤਮਾ ਦਾ ਸਾਥ ਨਹੀਂ ਲੱਭਣਾ ਔਰ ਨਿਤ ਨਿਤ ਖੁਆਰ ਹੋਏਗਾ। ਫਿਰਕਾ ਮਹਿਲ ਨਾ ਪਾਵਈ, ਨਾ ਦਿਸੇ ਘਰ ਬਾਹਰ। ਕਹਿੰਦੇ ਪਰਮਾਤਮਾ ਦਾ ਮਹਿਲ ਵੀ ਨਹੀਂ ਲੱਭਣਾ ਉਹਨੂੰ, ਉਹ ਘਰ ਤੇ ਉਹ ਬਾਹਰ ਉਧਰ ਨਹੀਂ ਲੱਭਣਾ। ਆਪਣੇ ਅੰਦਰ ਹੀ ਜਿਹੜਾ ਹੈਗਾ ਨਹੀਂ ਉਹਨੇ ਆਪਣੇ ਅੰਦਰ ਵੜਨਾ, ਕਿਉਂਕਿ ਮਨ ਦੇ ਪਿੱਛੇ ਹੈਗਾ। ਮਨ ਜਿਵੇਂ ਕਹਿ ਰਿਹਾ ਹੈ ਉਵੇਂ ਦੇ ਕਰਮ ਕਰ ਰਿਹਾ ਹੈ। ਪਾਈ ਰੇ ਇੱਕ ਮਨ ਨਾਮ ਧਿਆਏ। ਕਹਿੰਦੇ ਇੱਕ ਮਨ ਹੋ ਕੇ ਪਾਏ, ਇੱਕ ਮਨ ਹੋ ਕੇ ਨਾਮ ਨੂੰ ਧਿਆ, ਚਿੱਤ ਨੂੰ ਲੈ ਜਾ ਆਪਣੀ ਆਤਮਾ ਦੇ ਵੱਲ। ਨਾਮ ਨੂੰ ਧਿਆਉਣਾ ਕੀ ਹੈ ਬਈ, ਧਿਆਨ ਸਿਮਰਨ ਕਰ। ਪਾਈ ਰੇ ਇੱਕ ਮਨ ਨਾਮ ਧਿਆਏ, ਸੰਤਾਂ ਸੰਗਤ ਮਿਲ ਰਹੇ, ਜਪ ਰਾਮ ਨਾਮ ਸੁਖ ਪਾਏ ਰਹਾਓ। ਕਹਿੰਦੇ ਸਾਧ ਸੰਗਤ ਦੇ ਵਿੱਚ ਮਿਲ ਕੇ ਰਹਿਣਾ ਤੇ ਪਰਮੇਸ਼ਰ ਦਾ ਨਾਮ, ਰਾਮ ਦੇ ਨਾਮ ਨੂੰ ਜਪਣਾ, ਸੁਖ ਪ੍ਰਾਪਤ ਹੋ ਜਾਂਦਾ ਹੈ। ਰਹਾਓ। ਔਰ ਜਿਹੜੀਆਂ ਦੁਹਾਗਣਾ ਹੈਗੀਆਂ ਉਹ ਵੀ ਸੁਹਾਗਣਾ ਹੋ ਸਕਦੀਆਂ ਹੈ। ਗੁਰਮੁਖੇ ਸਦਾ ਸੁਹਾਗਣੀ, ਫਿਰ ਰਾਖਿਆ ਔਰ ਤਾਰ। ਕਹਿੰਦੇ ਗੁਰੂ ਦੇ ਰਾਹੀਂ ਸੁਹਾਗਣਾ ਹੋ ਜਾਂਦੀਆਂ ਹੈ, ਜਿਨ੍ਹਾਂ ਨੇ ਉਸ ਪਤੀ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ, ਉਰ ਦੇ ਵਿੱਚ ਧਾਰ ਕੇ ਰੱਖਿਆ ਹੋਇਆ ਹੈ, ਜਿਹੜੇ ਧਿਆਨ ਸਿਮਰਨ ਕਦੀ ਮਿਸ ਹੀ ਨਹੀਂ ਕਰਦੇ। ਗੁਰਮੁਖੇ ਸਦਾ ਸੁਹਾਗਣੀ, ਫਿਰ ਰਾਖਿਆ ਔਰ ਤਾਰ। ਮਿੱਠਾ ਬੋਲੇ ਨਿਵ ਚਲੇ, ਸੇਜੇ ਰਵੇ ਪਤਾਰ। ਆ ਗੁਣ ਹੈਗੇ ਉਹਨਾਂ ਦੇ ਕੋਲ, ਹਮੇਸ਼ਾ ਮਿੱਠਾ ਬੋਲਦੀਆਂ ਹੈ ਔਰ ਨਿਵ ਕੇ ਚੱਲਦੀਆਂ ਹੈ, ਆਕੜਦੀਆਂ ਨਹੀਂ ਹੈਗੀਆਂ, ਹਉਮੈ ਨਹੀਂ ਕਰਦੀਆਂ, ਅਹੰਕਾਰ ਨਹੀਂ ਕਰਦੀਆਂ। ਮਿੱਠਾ ਬੋਲੇ ਨਿਵ ਚਲੇ, ਸੇਜੇ ਰਵੇ ਪਤਾਰ। ਮਾਲਕ ਪਰਮਾਤਮਾ ਦਾ ਸਾਥ ਮਾਣ ਲੈਂਦੀਆਂ। ਸ਼ੋਭਾਵੰਤੀ ਸੁਹਾਗਣੀ, ਜਿਨ ਗੁਰ ਕਾ ਹੈ ਤਪਾਰ। ਕਹਿੰਦੇ ਐਸੀਆਂ ਸੁਹਾਗਣਾ ਲੋਕ ਪਰਲੋਕ ਦੇ ਵਿੱਚ ਸ਼ੋਭਾਵਾਨ ਹੋ ਜਾਂਦੀਆਂ, ਸ਼ੋਭਾਵੰਤੀ ਹੋ ਜਾਂਦੀਆਂ, ਜਿਨ੍ਹਾਂ ਨੂੰ ਗੁਰੂ ਦੇ ਨਾਲ ਪਿਆਰ ਹੈਗਾ, ਅਪਾਰ ਪਿਆਰ ਹੈ ਜਿਨ੍ਹਾਂ ਦਾ ਗੁਰੂ ਦੇ ਨਾਲ। ਪੂਰੇ ਭਾਗ ਸਤਿਗੁਰ ਮਿਲੈ, ਜਾਂ ਭਾਗੇ ਕਾ ਉਦੋ ਹੋਏ। ਕਹਿੰਦੇ ਸਤਿਗੁਰੂ ਮਿਲਦਾ ਹੈ ਜੇ ਪੁੰਨ ਹੋਣਗੇ ਪੋਤੇ ਦੇ ਵਿੱਚ। ਜੇ ਸਤਿਗੁਰੂ ਮਿਲ ਗਿਆ ਤੇ ਪੂਰਾ ਭਾਗ ਜਾਗ ਗਏ ਪਾਏ, ਭਾਗ ਦਾ ਉਦੈ ਹੋ ਗਿਆ ਜੇ ਸ਼ੁਰੂ ਜਿਹੜਾ ਹੈਗਾ ਚੰਗੇ ਭਾਗ ਜਿਹੜਾ ਹੈਗਾ, ਚੰਗੇ ਭਾਗਾਂ ਦਾ ਸੂਰਜ ਚੜ ਗਿਆ। ਮਾਇਆ ਦੀ ਰਾਤ ਜਿਹੜੀ ਖਤਮ ਹੋ ਗਈ, ਸੂਰਜ ਉੱਗ ਗਿਆ, ਸਵੇਰਾ ਹੋ ਗਿਆ, ਹਨੇਰੇ ਤੋਂ ਚਾਨਣ ਮਿਲ ਗਿਆ। ਪੂਰੇ ਭਾਗ ਸਤਿਗੁਰ ਮਿਲੇ, ਜਾਂ ਭਾਗੇ ਕਾ ਉਦੋ ਹੋਏ। ਅੰਤਰੋਂ ਦੁੱਖ ਭਰਮ ਕੱਟੀਏ, ਸੁਖ ਪ੍ਰਾਪਤ ਹੋਏ। ਉਸੇ ਵੇਲੇ ਦੇਖ ਲਓ ਭਰਮ ਧੋਖਾ ਕੱਟ ਜਾਂਦਾ ਹੈ, ਦੁੱਖ ਤੇ ਜਿਹੜਾ ਭੌਂ ਰਿਹਾ ਸੀ, ਗਲਤ ਪਾਸੇ ਨੂੰ ਜਾ ਰਿਹਾ ਸੀਗਾ, ਬਾਰ-ਬਾਰ ਜਿਹੜਾ ਹੈਗਾ ਮਨ ਦੇ ਪਿੱਛੇ ਲੱਗਿਆ ਹੋਇਆ ਸੀਗਾ। ਮਨਮੁਖ ਕਰਮ ਕਮਾਵਣੇ, ਜਿਉ ਦੁਹਾਗਣ ਤਨੇ ਸਿੰਗਾਰ। ਕਹਿੰਦੇ ਆ ਦੇਖ ਲਓ ਭਾਈ, ਅੰਤਰੋਂ ਦੁੱਖ ਭਰਮ ਕੱਟੀਏ, ਸੁਖ ਪ੍ਰਾਪਤ ਹੋਏ। ਗੁਰ ਕੈ ਭਾਣੇ ਜੋ ਚੱਲੇ, ਦੁੱਖ ਨਾ ਪਾਵੇ ਕੋਏ। ਕਹਿੰਦੇ ਗੁਰੂ ਦੇ ਅਨੁਸਾਰ ਜਿਹੜਾ ਵੀ ਚੱਲ ਪਿਆ, ਜਿਹਨੇ ਵੀ ਜਿਹੜਾ ਹੈਗਾ ਗੁਰੂ ਦੀ ਮੱਤ ਲੈ ਲਈ, ਗੁਰੂ ਦੇ ਮੱਤ ਦੇ ਅਨੁਸਾਰ ਜਿਹੜਾ ਹੈਗਾ ਇਹ ਜਿਹੜਾ ਹੈਗਾ ਪਰਮੇਸ਼ਰ ਦਾ ਜਿਹੜਾ ਹੈਗਾ ਭਗਤੀ
ਇਹ ਪ੍ਰੇਮਾ ਭਗਤੀ ਜਿਹੜੀ ਗੁਰੂ ਦੇ ਅਨੁਸਾਰ ਜਿਹਨੇ ਵੀ ਕਰ ਕੀਤੀ, ਕਹਿੰਦੇ ਕਦੀ ਵੀ ਦੁੱਖ ਨਹੀਂ ਪਾਉਂਦਾ ਭਾਈ। ਗੁਰ ਕੇ ਭਾਣੇ ਜੋ ਚਲੇ ਦੁੱਖ ਨਾ ਪਾਵੇ ਕੋਈ, ਜਿਹੜਾ ਮਰਜੀ ਚੱਲ ਜਾਏ। ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੇ ਕੋਈ। ਦੇਖ ਲਓ, ਨਾਮ ਆ ਗਿਆ, ਅੰਮ੍ਰਿਤ ਆ ਗਿਆ। ਕਹਿੰਦੇ ਗੁਰੂ ਦੇ ਭਾਣੇ ਦੇ ਵਿੱਚ, ਗੁਰੂ ਦੇ ਅਨੁਸਾਰ ਯਾਤਰਾ ਕਰਨ ਦੇ ਵਿੱਚ ਹੀ ਤਾਂ ਹੀ ਅੰਮ੍ਰਿਤ ਮਿਲਣਾ ਹੈ ਭਾਈ। ਉਹ ਸਹਿਜੇ ਹੀ ਮਿਲ ਜਾਣਾ ਹੈ ਅੰਮ੍ਰਿਤ। ਸਹਿਜੇ ਪਾਵੇ ਕੋਈ, ਸਹਿਜੇ ਸਹਿਜੇ ਗੁਰੂ ਦੇ ਅਨੁਸਾਰ ਜਿਹੜਾ ਕਰੀ ਜਾਓ, ਆਟੋਮੈਟਿਕਲੀ ਜਿਹੜਾ ਹੈਗਾ ਆਪਣੇ ਅੰਦਰ ਪਰਿਵਰਤਨ ਆਈ ਜਾਏਗਾ। ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੇ ਕੋਏ। ਜਿਨ੍ਹਾਂ ਪ੍ਰਾਪਤ ਤਿੰਨ ਪੀਆ, ਹਉਮੈ ਵਿੱਚੋਂ ਖੋਏ। ਜਿਨ੍ਹਾਂ ਨੂੰ, ਜਿਹੜੇ ਅੰਮ੍ਰਿਤ ਤੱਕ ਪਹੁੰਚ ਗਏ, ਜਿਹੜੇ ਕਾਂਪ ਨਹੀਂ ਖਾਧੀ, ਜਿਨ੍ਹਾਂ ਨੇ ਨਹੀਂ ਆਪਣੀ ਯਾਤਰਾ ਬੰਦ ਕੀਤੀ, ਜਿਨ੍ਹਾਂ ਨੇ ਧਿਆਨ ਸਿਮਰਨ ਨਹੀਂ ਬੰਦ ਕੀਤਾ, ਉਹਨਾਂ ਨੇ ਰੱਜ ਕੇ ਪੀ ਲਿਆ, ਔਰ ਉਹਨਾਂ ਦੀ ਹਉਮੈ ਵਿੱਚੋਂ ਦੂਰ ਹੋ ਜਾਂਦੀ ਹੈ, ਖੋ ਜਾਂਦੀ ਹੈ। ਨਾਨਕ ਗੁਰਮੁਖੇ ਨਾਮ ਤੇ ਆਈਏ, ਸੱਚੇ ਮਿਲਾਵਾ ਹੋਏ। ਕਹਿੰਦੇ ਭਾਈ ਇਹਦੇ ਵਾਸਤੇ ਗੁਰੂ ਦੇ ਰਾਹੀਂ ਧਿਆਨ ਸਿਮਰਨ ਕਰੋ, ਉਸ ਨਾਮ ਦੇ ਵਾਸਤੇ, ਤੇ ਇਹਦੇ ਨਾਲ ਸੱਚ ਦੇ ਵਿੱਚ ਮਿਲਾਵਾ ਹੋ ਜਾਂਦਾ ਹੈ, ਪਰਮੇਸ਼ਰ ਦੇ ਵਿੱਚ, ਜਿਹੜੀ ਹੈ ਬੂੰਦ ਸਾਗਰ ਦੇ ਵਿੱਚ ਮਿਲ ਜਾਂਦੀ ਹੈ। ਹਾਂਜੀ 13 ਹੋ ਗਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਦੇਖ ਲਓ, ਬਹੁਤ ਜਿਹੜੇ ਆ ਨਾ, ਅੱਜ ਕਾਫੀ ਜਿਹੜੇ ਹੈਗੇ ਕਲੈਰਿਟੀ ਹੋਈ ਹੈ ਬਿਲਕੁਲ। ਇਹਦੇ ਵਿੱਚ ਜਿਹੜਾ ਹੈਗਾ ਸ਼ਬਦ ਤੇ ਨਾਮ ਸਾਰਾ ਕਾਫੀ ਜ਼ਿਆਦਾ ਕਲੀਅਰ ਹੋਈ ਹੈ, ਜਿਹੜੇ ਹੈਗੇ ਮਹਾਰਾਜ ਨੇ ਮਿਹਰ ਕੀਤੀ ਹੈ ਜੀ। ਹਾਂਜੀ, ਬਹੁਤ ਵਧੀਆ। ਹਾਂਜੀ ਹਾਂਜੀ।